ਸ੍ਰੀ ਵਾਹਿਗੁਰੂ ਜੀ। ਗੁਰੂ ਨਾਨਕ ਪਾਦ ਸਿਮਰੋ ਅੰਗਦ ਦੁਖ ਗੁਰ ਅਮਰਦਾਸ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਕੇ ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰਿ ਰਾਇ ਨਮੋ ਕਰ ਸ੍ਰੀ ਹਰਿ ਕ੍ਰਿਸ਼ਨ ਮਨਾਉ ਤੇਗ ਬਹਾਦਰ ਪਰਮ ਸ਼੍ਰੀ ਗੁਰੂ ਗੋਬਿੰਦ ਤਰੋ ਤਰਾ ਪਰ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਵਾਹਿਗੁਰੂ ਸਾਹਿਬ ਜੀ ਚੌਪਈ। ਕਾਜੀ ਕੀ ਦਿਸ਼ ਦੇਖ ਗੁਸਾਈ। ਬਾਨੀ ਨਿਰਹੰਕਾਰ ਅਲਾਈ। ਹਮ ਹੈ ਕੌਣ ਮ੍ਰਿਤਕ ਜੀਵਾਰ ਹੈ। ਇਕ ਕਰਤਾਰ ਜੀਵਾ ਵਹਿ ਮਾਰ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਜੁੜ ਬੈਠੀ ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਤਾ ਦੇ ਪਾਤਰ ਹੋ। ਪਿਛਲੇ ਪਹਿਰਾਂ ਦੇ ਸਜੇ ਹੋਏ ਦੀਵਾਨਾਂ 'ਚ ਇਕੱਤਰ ਹੋ ਕੇ ਗੁਰੂ ਚਰਨਾਂ 'ਚ ਜੁੜ ਕੇ ਆਪਣੇ ਜੀਵਨ ਦੀਆਂ ਘੜੀਆਂ ਸਤਿਗੁਰੂ ਜੀ ਦੇ ਲੇਖੇ ਲਾ ਕੇ ਸਫਲਾ ਔਰ ਸਕਾਰਥਾ ਕਰ ਰਹੇ ਹੋ। ਆਦਿ ਗੁਰੂ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਜਨਮ ਸਾਖੀ ਜੋ ਮਹਾਕਵੀ ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਨੇ ਲਿਖੀ ਹੈ। ਆਪ ਜੀ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਭਾਵਨਾ ਸਹਿਤ ਸਰਵਣ ਕਰ ਰਹੇ ਹੋ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਗੋਰਖਮਤੇ ਆਏ ਹਨ। ਜਿੱਥੇ ਸਿੱਧਾ ਨੇ ਚਲਾਕੀ ਨਾਲ ਇੱਕ ਬੱਚੇ ਨੂੰ ਜ਼ਮੀਨ ਦੇ ਥੱਲੇ ਦੱਬ ਕੇ ਗੁਰੂ ਸਾਹਿਬ ਜੀ ਨੂੰ ਕਿਹਾ ਜੀ ਇਹ ਧਰਤੀ ਸਾਡੀ ਹੈ, ਇਹ ਗੋਰਖਮਤਾ ਹੈ। ਕਹਿੰਦੇ ਜੀ ਇਹ ਧਰਤੀ ਬੋਲ ਕੇ ਦੱਸੇਗੀ ਚਾਹੇ ਪੁੱਛ ਲਓ। ਇੱਦਾਂ ਦਾ ਨਾਟਕ ਚੇਟਕ ਕੀਤਾ
ਜਦੋਂ ਧਰਤੀ ਨੂੰ ਆਵਾਜ਼ ਮਾਰ ਕੇ ਪੁੱਛਿਆ ਤੇ ਉਹ ਬਾਲਕ ਪੁੱਛੇ ਜੀ ਮੈਂ, ਉਹ ਬਾਲਕ ਅੱਗੋਂ ਜਵਾਬ ਦੇਵੇ ਜੀ ਮੈਂ ਗੋਰਖ ਦੀ ਧਰਤੀ ਹਾਂ। ਤੀਜੀ ਵਾਰ ਬੋਲਣ ਲੱਗਾ, ਪਾਤਸ਼ਾਹ ਕਹਿੰਦੇ ਹਜੇ ਵੀ ਬੋਲਣ ਯੋਗ ਹੈ। ਉਸੇ ਵੇਲੇ ਸ਼ਾਂਤ ਹੋ ਗਿਆ। ਮਹਾਰਾਜ ਜੀ ਦੀ ਇਹ ਖੇਡ ਵੇਖ ਕੇ ਸਿੱਧ ਅਚਰਜ ਹੋਏ, ਕਹਿੰਦੇ ਜਿਸ ਬਾਲਕ ਨੂੰ ਜੀਵਤ ਕਰੋ। ਗੁਰੂ ਪਾਤਸ਼ਾਹ ਦੇ ਤਰਸ ਨਾਲ ਉਹ ਬਾਲਕ ਮੁੜ ਸੁਰਜੀਤ ਹੋਇਆ। ਦਇਆਨੰਦ ਸੁਆਮੀ ਜੀ ਨੇ ਉਸ ਧਰਤੀ ਨੂੰ ਆਵਾਜ਼ ਮਾਰ ਕੇ ਦੱਸਿਆ, ਆਖਿਆ ਦੱਸੇ ਧਰਣੀ ਤੂੰ ਕਿਸ ਦੀ ਹੈ। ਧਰਤੀ ਪੁਕਾਰ ਕੇ ਕਹਿੰਦੀ ਹੈ ਮੈਂ ਨਾਨਕ ਨਿਰੰਕਾਰ ਦੀ ਹਾਂ। ਉੱਥੋਂ ਇਸ ਸਥਾਨ ਦਾ ਨਾਮ ਸ੍ਰੀ ਨਾਨਕ ਮਤਾ ਸਾਹਿਬ ਕਰਕੇ ਸੰਸਾਰ 'ਚ ਪ੍ਰਗਟ ਹੋਇਆ। ਬਾਅਦ ਵਿੱਚ ਸਿੱਧਾਂ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਚਲੇ ਜਾਣ ਤੋਂ ਬਾਅਦ ਆਪਣਾ ਕਬਜ਼ਾ ਅਖਤਿਆਰ ਕਰ ਲਿਆ ਸੀ। 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਜਦੋਂ ਉੱਥੇ ਗਏ ਨੇ ਬਾਬੇ ਅਲਮਸ ਦੀ ਪੁਕਾਰ ਸੁਣ ਕੇ, ਫਿਰ ਇਹਨਾਂ ਸਿੱਧਾਂ ਨੂੰ ਦੰਡ ਦਿੱਤਾ ਹੈ। ਅੱਜ ਮਹਾਰਾਜ ਜੀ ਦਾ ਬੜਾ ਸੁੰਦਰ ਦਰਬਾਰ ਹੈ, ਉੱਥੇ ਸਤਿਗੁਰਾਂ ਦੀਆਂ ਯਾਦਗਾਰਾਂ ਸੁਸ਼ੋਭਿਤ ਹਨ। ਇੱਥੋਂ ਚੱਲ ਕੇ ਗਰੀਬ ਨਵਾਜ ਪਾਤਸ਼ਾਹ ਜੀ ਦਿੱਲੀ ਆਏ ਨੇ, ਜਿੱਥੇ ਮਜਨੂ ਦੇ ਟਿੱਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਸਣ ਲਾਇਆ ਹੈ। ਮਜਨੂ ਦਾ ਟਿੱਲਾ ਇੱਕ ਐਸਾ ਇਤਿਹਾਸਕ ਸਥਾਨ ਹੈ ਜਿੱਥੇ ਗੁਰੂ ਨਾਨਕ ਸਾਹਿਬ ਨੇ ਚਰਨ ਪਾਏ। ਫਿਰ ਮਹਾਰਾਜ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਚਰਨ ਪਾਏ। ਇਸੇ ਤਰ੍ਹਾਂ ਗੁਰੂ ਖਾਲਸਾ ਜੀ ਬਾਬਾ ਰਾਮ ਰਾਏ ਸਾਹਿਬ ਜੀ ਵੀ ਇੱਥੇ ਹੀ ਰਹੇ ਜਦੋਂ ਜਿੰਨਾ ਚਿਰ ਦਿੱਲੀ ਰਹੇ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਥੇ ਇੱਕ ਮੁਹਾਵਤ ਰੋ ਰਿਹਾ ਬਾਗ ਵਿੱਚ, ਜਿਹਦਾ ਹਾਥੀ ਚਲਾਣਾ ਕਰ ਗਿਆ ਸੀ। ਮਹਾਰਾਜ ਜੀ ਕਹਿੰਦੇ ਕਿਉਂ ਰੋਣਾ? ਕਹਿੰਦਾ ਮੇਰੀ ਰੋਜੀ ਰੋਟੀ ਖਤਮ ਹੋ ਗਈ ਹੈ। ਸਤਿਗੁਰੂ ਜੀ ਹੁਣ ਸੰਸਾਰ ਦੇ ਸਮਸਤ ਜੀਵਾਂ ਨੂੰ ਰੋਜੀ ਦੇਣ ਵਾਲੇ ਹਨ। ਤਰਸ ਕੀਤਾ, ਦਇਆ ਕੀਤੀ, ਜਲ ਦਾ ਛਿੱਟਾ ਭਾਈ ਮਰਦਾਨੇ ਨੇ ਮਾਰਿਆ, ਹਾਥੀ ਜੀਵਤ ਹੋ ਗਿਆ। ਇਹ ਗੱਲ ਬਾਦਸ਼ਾਹ ਨੂੰ ਪਤਾ ਲੱਗੀ, ਕਾਜ਼ੀਆਂ ਨੂੰ ਪਤਾ ਲੱਗੀ। ਚੱਲ ਕੇ ਗੁਰੂ ਪਾਤਸ਼ਾਹ ਕੋਲ ਆਏ। ਕਾਜੀ ਕਹਿਣ ਲੱਗਾ ਜੀ ਤੁਸੀਂ ਹਾਥੀ ਜਿਉਂਦਾ ਕੀਤਾ ਹੈ, ਪਤਾ ਲੱਗਾ ਹੈ। ਤੋ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਆਪਣੀ ਵਿਨਮਰਤਾ ਪ੍ਰਗਟ ਕਰ ਰਹੇ ਨੇ। ਪਰਮੇਸ਼ਰ ਦੇ ਮਾਰੇ ਨੂੰ ਰੱਬ ਦੇ ਪਿਆਰੇ ਜਿਉਂਦੇ ਕਰ ਸਕਦੇ ਹਨ। ਰੱਬ ਦੇ ਮਾਰਿਆਂ ਨੂੰ ਪਰਮੇਸ਼ਰ ਵੀ ਜਿਉਂਦਾ ਨਹੀਂ ਕਰ ਸਕਦਾ, ਐਸਾ ਵਿਧਾਨ ਹੈ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ। ਰਸਨਾ ਨੂੰ ਕਰੋ ਪਵਿੱਤਰ ਤੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਕਾਜੀ ਕੀ ਦਿਸ਼ ਦੇਖ ਗੁਸਾਈ। ਜਗਤ ਦੇ ਮਾਲਕ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਕਾਜੀ ਵੱਲੇ ਵੇਖਿਆ। ਬਾਨੀ ਨਿਰਹੰਕਾਰ ਅਲਾਈ। ਹੰਕਾਰ ਤੋਂ ਰਹਿਤ ਬੜੀ ਵਿਨਮਰਤਾ ਸਹਿਤ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਬਾਣੀ ਅਲਾਈ, ਯਾਨੀ ਕਿ ਆਪਣੇ ਮੁਖਾਰ ਬਿੰਦ ਚੋਂ ਬਚਨ ਉਚਾਰਨ ਕੀਤੇ। ਹਮ ਹੈ ਕੌਣ ਮ੍ਰਿਤਕ ਜੀਵਾਰ ਹੈ। ਪਾਤਸ਼ਾਹ ਕਹਿਣ ਲੱਗੇ ਕਾਜੀ ਜੀ ਅਸੀਂ ਕੌਣ ਆ ਕਿ ਅਸੀਂ ਮੁਰਦਿਆਂ ਨੂੰ ਜਿਉਂਦੇ ਕਰ ਸਕੀਏ। ਇਹ ਪਾਤਸ਼ਾਹ ਦੀ ਵਿਨਮਰਤਾ ਹੈ। ਨਹੀਂ ਤਾਂ ਮੇਰੇ ਸਤਿਗੁਰੂ ਮਾਰਨ ਵਾਲੇ ਵੀ ਨੇ ਤੇ ਜਵਾਲਣ ਵਾਲੇ ਵੀ ਨੇ। ਸਤਿਗੁਰੂ ਮੇਰਾ ਮਾਰ ਜਵਾਲੇ, ਦੋਵੇਂ ਤਾਕਤਾਂ ਸਤਿਗੁਰਾਂ ਦੇ ਹੱਥ ਵਿੱਚ ਹਨ। ਮਹਾਰਾਜ ਜੀ ਕਹਿਣ ਲੱਗੇ ਕਾਜੀ ਜੀ ਅਸੀਂ ਸਾਡੇ 'ਚ ਕੀ ਸ਼ਕਤੀ ਹੈ ਕਿ ਅਸੀਂ ਜਿਉਂਦੇ ਕਰ ਸਕੀਏ ਕਿਸੇ ਨੂੰ। ਇੱਕ ਕਰਤਾਰ ਜਿਵਾਵਹਿ ਮਾਰ ਹੈ। ਉਹ ਕਰਤਾਰ ਹੈ, ਪਰਮੇਸ਼ਰ ਹੈ ਜਿਹੜਾ ਮਾਰਦਾ ਵੀ ਹੈ ਤੇ ਜਿਵਾਉਂਦਾ ਵੀ ਹੈ। ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਮਾਰਨੇ ਵਾਲਾ ਵੀ ਹੈ ਤੇ ਜਵਾਲਣ ਵਾਲਾ ਵੀ ਹੈ। ਤਿਸ ਬਿਨ ਔਰ ਸ਼ਕਤ ਕਿਸ ਮਾਹੀ। ਉਸ ਅਕਾਲ ਪੁਰਖ ਤੋਂ ਬਿਨਾਂ ਭਲਾ ਇਹ ਸ਼ਕਤੀ ਹੋਰ ਕਿਹਦੇ 'ਚ ਹੋ ਸਕਦੀ ਆ ਮਾਰਨ ਤੇ ਜਵਾਲਣ ਦੀ। ਵਿਆਪਕ ਕਲਾ ਦੇਖੀਅਤ ਜਾਹੀ। ਉਸ ਅਕਾਲ ਪੁਰਖ ਦੀ ਨਿਰੰਕਾਰ ਪਾਰ ਬ੍ਰਹਮ ਪਰਮੇਸ਼ਰ ਦੀ ਕਲਾ ਸਰਬ ਥਾਈਂ ਵਿਆਪਕ ਹੈ। ਸਰਬ ਜਗਾਵਾਂ ਵਿੱਚ ਉਸ ਨਿਰੰਕਾਰ ਪਰਮੇਸ਼ਰ ਦੀ ਕਲਾ ਵਿਆਪਕ ਹੈ। ਕਾਜੀ ਕਹੇ ਸ਼ਕਤ ਜੇ ਧਾਰੋ। ਅੱਗੋਂ ਕਾਜੀ ਬੋਲਿਆ, ਕਹਿਣ ਲੱਗਾ ਜੀ ਜੇ ਤੁਸੀਂ ਸ਼ਕਤੀ ਧਾਰਨ ਕਰਨ ਵਾਲੇ ਹੋ ਮੁਖ ਤੇ ਕਹਿ ਅਬ ਕਹਿ ਗਜ ਮਾਰੋ। ਤੇ ਤੁਸੀਂ ਇਹ ਜਿਹੜਾ ਜਿਉਂਦਾ ਹਾਥੀ ਆ ਆਪਣੇ ਮੁਖੋਂ ਬਚਨ ਕਰੋ ਤੇ ਮਰ ਜਾਵੇ। ਤੁਸੀਂ ਇਹੀ ਆਖੋ ਵੀ ਇਹ ਮਰ ਜਾਏ ਤੇ ਮਰ ਜਾਏ। ਜੇ ਤੁਹਾਡੇ ਕੋਲ ਸ਼ਕਤੀ ਹੈ
ਤਾਂ ਹੇ ਨਾਨਕ ਪੀਰ ਜੀ, ਤੁਸੀਂ ਆਪਣੇ ਮੁਖੋਂ ਬਚਨ ਕਰਕੇ ਇਸ ਹਾਥੀ ਨੂੰ ਮਾਰੋ। ਜੇ ਤੁਮ ਕਹੈ ਗਇਓ ਮਰ ਕੁੰਚਰ, ਜੇ ਤੁਹਾਡੇ ਆਖਿਆਂ ਇਹ ਹਾਥੀ ਮਰ ਗਿਆ ਤੋ ਜਾਣੈ ਪ੍ਰਤੱਖ ਕਲਾ ਧਰ। ਤੇ ਅਸੀਂ ਜਾਣਾਂਗੇ ਤੇ ਅਕਾਲ ਪੁਰਖ ਪਰਮੇਸ਼ਰ ਪ੍ਰਤੱਖ ਕਲਾਵਾਨ ਹੈ। ਅਸੀਂ ਤੁਹਾਨੂੰ ਵੀ ਕਲਾ ਧਾਰੀ ਕਰਕੇ ਵੇਖਾਂਗੇ, ਜਾਣਾਂਗੇ। ਸੁਨ ਪ੍ਰਭ ਬੋਲੇ ਸਹਿਜ ਸੁਭਾਏ, ਸੁਣ ਕੇ ਸਤਿਗੁਰੂ ਜੀ ਸੁਤੇ ਸਿੱਧ ਸੁਭਾਵਕ ਬੋਲੇ, ਜਿਉ ਖੁਦਾਏ ਕੀ ਹੋਏ ਰਜਾਏ। ਮਹਾਰਾਜ ਜੀ ਕਹਿੰਦੇ ਜੋ ਖੁਦਾ ਦੀ ਮਰਜ਼ੀ, ਜੋ ਖੁਦਾ ਦੀ ਅੱਲਾ ਦੀ ਮਰਜ਼ੀ ਹੈ। ਤਤ ਛਿਨ ਕੁੰਚਰ ਗਿਰਿਓ ਬਹੋਰੀ। ਹੁਣ ਖੁਦਾ ਦੀ ਮਰਜ਼ੀ ਨਾਲ ਤਾਂ ਉਹ ਹਾਥੀ ਮਰਿਆ ਸੀ। ਕਹਿੰਦੇ ਤਤ ਛਿਨ ਜਦੋਂ ਮਹਾਰਾਜ ਜੀ ਨੇ ਕਿਹਾ ਜੋ ਖੁਦਾ ਦੀ ਮਰਜ਼ੀ, ਉਸੇ ਵੇਲੇ ਉਹ ਹਾਥੀ ਜਿਹੜਾ ਜਿਉਂਦਾ ਹੋਇਆ ਸੀ ਪਹਿਲਾਂ, ਉਹ ਮਰ ਕੇ ਧੜਮ ਦੇ ਕੇ ਜ਼ਮੀਨ ਤੇ ਡਿੱਗ ਪਿਆ। ਪਰਿਓ ਮ੍ਰਿਤਕ ਹੋਏ ਤਿਸ ਹੀ ਠੌਰੀ। ਉਸੇ ਜਗ੍ਹਾ ਤੇ ਮੁਰਦਾ ਹੋ ਕੇ ਉਹ ਹਾਥੀ ਡਿੱਗ ਪਿਆ, ਪੈ ਗਿਆ। ਪਾਤਸ਼ਾਹ ਕੇ ਬੈਠਿਓ ਤੀਰ। ਹੁਣ ਬਾਦਸ਼ਾਹ ਕੋਲ ਬੈਠਾ ਸੀ, ਪੀਰ ਨਿਜ਼ਾਮੂਦੀਨ ਕੋਲ ਬੈਠਾ ਸੀ, ਬੜੇ ਬੜੇ ਕਾਜੀ ਕੋਲ ਆ ਕੇ ਬੈਠੇ ਹੋਏ ਸਨ। ਹੁਤੋ ਨਿਜ਼ਾਮ ਦੀਨ ਇੱਕ ਪੀਰ। ਨਿਜ਼ਾਮੂਦੀਨ ਔਲੀਆ ਪੀਰ ਸਦਾਉਂਦਾ ਸੀ, ਬੜਾ ਪ੍ਰਸਿੱਧ, ਜਿਹਦੇ ਨਾਂ ਤੇ ਨਿਜ਼ਾਮੂਦੀਨ ਇਲਾਕਾ ਵੀ ਹੈ, ਸਟੇਸ਼ਨ ਵੀ ਹੈ ਰੇਲਵੇ। ਕਹਿੰਦੇ ਉਹ ਪੀਰ ਨਿਜ਼ਾਮੂਦੀਨ ਬੜਾ ਪ੍ਰਸਿੱਧ ਆਪਣੇ ਆਪ ਨੂੰ ਪੀਰ ਸਦਾਉਂਦਾ ਸੀ। ਤਿਨ ਕਾ ਜੀ ਸੋ ਬਚਨ ਉਚਾਰੇ। ਉਹ ਬੋਲਿਆ ਪੀਰ ਨਿਜ਼ਾਮੂਦੀਨ, ਕਹਿਣ ਲੱਗਾ ਹੱਥ ਜੋੜ ਕੇ, ਇਹ ਖੁਦਾਏ ਹੈ ਨਰ ਤਨ ਧਾਰੇ। ਕਹਿਣ ਲੱਗਾ ਉਹ ਕਾਜੀਆ ਤੂੰ ਕਿਹਦੇ ਨਾਲ ਬਹਿਸ ਕਰਦਾ ਹੈ? ਇਹ ਖੁਦਾ ਹੈ ਜਿਹਨੇ ਨਾਨਕ ਰੂਪ ਹੋ ਕੇ ਸੰਸਾਰ 'ਚ ਪ੍ਰਗਟ ਹੋਣਾ ਕੀਤਾ। ਪੀਰ ਨਿਜ਼ਾਮੂਦੀਨ ਔਲੀਆ ਕਹਿੰਦਾ ਉਹ ਕਾਜੀਆ ਕਿਹਦੇ ਨਾਲ ਤੂੰ ਉਲਝੇਵੇਂ ਵਿੱਚ ਉਲਝਦਾ, ਸ਼ੰਕਾ ਕਰਦਾ, ਬਹਿਸਬਾਜ਼ੀ ਕਰਦਾ? ਇਹ ਆਪ ਖੁਦਾ ਹਨ ਜਿਨ੍ਹਾਂ ਨੇ ਤਨ ਧਾਰਨ ਕੀਤਾ, ਸੰਸਾਰ 'ਚ ਪ੍ਰਗਟ ਰੂਪ ਹੋ ਕੇ ਖੁਦਾ ਦਰਸ਼ਨ ਦੇ ਰਿਹਾ ਹੈ। ਬਚਨ ਬਿਫਲ ਇਹ ਕੋ ਨਹਿ ਹੋਏ। ਇਹਨਾਂ ਦਾ ਕੀਤਾ ਹੋਇਆ ਬਚਨ ਕਦੇ ਨਿਸ਼ਫਲ ਨਹੀਂ ਜਾਣਾ। ਇਹ ਜੋ ਬੋਲਦੇ ਨੇ ਉਹ ਪੂਰਾ ਹੁੰਦਾ ਹੈ। ਸ਼ਰਧਾ ਧਰ ਦੁੱਖ ਲੱਗੇ ਨਾ ਕੋਏ। ਜਿਹੜਾ ਇਹਨਾਂ ਤੇ ਸ਼ਰਧਾ ਧਾਰਨ ਕਰਦਾ ਉਹਨਾਂ ਨੂੰ ਕਦੇ ਕੋਈ ਦੁੱਖ ਨਹੀਂ ਵਿਆਪਦਾ। ਜਿਹੜਾ ਸ਼ਰਧਾ ਧਾਰਨ ਕਰਦਾ ਹੈ, ਇਹਨਾਂ ਉੱਤੇ ਪੂਰਨ ਵਿਸ਼ਵਾਸ ਧਾਰਨ ਕਰਦਾ ਹੈ, ਉਹ ਕਦੇ ਵੀ ਕਿਸੇ ਪ੍ਰਕਾਰ ਦੇ ਨਾਲ ਨਰਕ ਦੀ ਅਗਨੀ ਵਿੱਚ ਨਹੀਂ ਸੜਦਾ। ਵਿਸ਼ਵਾਸ ਦਾ ਮਤਲਬ ਹੁੰਦਾ ਮੁਰਦੇ ਦੇ ਮਨਿੰਦ ਵਿਸ਼ਵਾਸ ਕਰਨਾ। ਸਵਾਸ ਤੋਂ ਪਹਿਲਾਂ ਬੇਸ ਸ਼ਬਦ ਲੱਗ ਜਾਂਦਾ, ਜਿਹਦਾ ਮਤਲਬ ਹੁੰਦਾ ਵਿਸਰਗ ਲੱਗ ਗਿਆ ਨਾ, ਤੇ ਮਤਲਬ ਹੁੰਦਾ ਸਵਾਸਾਂ ਤੋਂ ਬਿਨਾਂ ਹੋ ਜਾਣਾ। ਜਿਹੜਾ ਸਵਾਸਾਂ ਤੋਂ ਬਿਨਾਂ ਹੋ ਜਾਏ, ਇੰਨਾ ਵਿਸ਼ਵਾਸ ਕਿ ਹੇ ਪ੍ਰਭੂ ਮੈਂ ਤਾਂ ਮੁਰਦਾ ਹਾਂ, ਤੂੰ ਜੋ ਕਰੇ ਤੇ ਕਰੇ, ਮੇਰੇ 'ਚ ਕੋਈ ਤਾਕਤ ਨਹੀਂ ਕੁਝ ਕਰਨ ਦੀ, ਉਹਨੂੰ ਕਹਿੰਦੇ ਨੇ ਵਿਸ਼ਵਾਸ। ਜਿਨ੍ਹਾਂ ਦਾ ਸਤਿਗੁਰਾਂ ਤੇ ਵਿਸ਼ਵਾਸ ਆ ਜਾਂਦਾ ਉਹ ਭਾਈ ਹਿਰਦੇ ਵਿੱਚ ਤਤਵ ਗਿਆਨ ਨੂੰ ਪ੍ਰਾਪਤ ਕਰ ਲੈਂਦੇ ਆ। ਤੋ ਪੀਰ ਨਿਜ਼ਾਮੂਦੀਨ ਜੀ ਕਹਿ ਰਹੇ ਹਨ, ਪੁਨ ਕਾਜੀ ਕਹਿ ਦੇ ਹੋ ਜਿਵਾਏ। ਕਹਿਣ ਲੱਗੇ ਕਿ ਇਹ ਪੂਰਨ ਵਿਸ਼ਵਾਸ ਕਰੇਗਾ ਫਿਰ ਤੇਰਾ ਬੇੜਾ ਬੰਨੇ ਲੱਗੇਗਾ। ਇਹ ਸੁਣ ਕੇ ਕਾਜੀ ਕੋਲੋਂ ਬੋਲਿਆ, ਕਹਿਣ ਲੱਗਾ ਪੀਰ ਜੀ ਇਹ ਹਾਥੀ ਜਿਹੜਾ ਤੁਹਾਡੇ ਬਚਨਾਂ ਨਾਲ ਮੁਰਦਾ ਹੋਇਆ, ਤੁਸੀਂ ਆਖਿਆ ਜੋ ਖੁਦਾ ਦੀ ਮਰਜ਼ੀ, ਤੇ ਕਿਰਪਾ ਕਰੋ ਇਹਨੂੰ ਜਿਵੇਂ ਪਹਿਲਾਂ ਜੀਵਤ ਸੀ ਉਸੇ ਤਰ੍ਹਾਂ ਹੋ ਜਾਵੇ। ਤੋ ਜਾਨੋ ਮੈਂ ਆਪ ਖੁਦਾਏ। ਉਹ ਕਹਿੰਦਾ ਹਾਲੇ ਵੀ ਫਿਰ ਵੀ ਕਹਿ ਰਿਹਾ, ਕਹਿੰਦਾ ਫਿਰ ਮੈਂ ਜਾਣਾਂਗਾ ਪ੍ਰਤੱਖ ਖੁਦਾ ਹਨ। ਸੁਨ ਗੁਣ ਐਨ ਸੋ ਬੈਨ ਉਚਾਰੇ। ਗੁਣਾਂ ਦੇ ਸਮੁੰਦਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਬੋਲੇ, ਸੰਤ ਬਚਨ ਕੇ ਜੇਉ ਮਾਰੇ। ਮਹਾਰਾਜ ਜੀ ਕਹਿਣ ਲੱਗੇ ਸੰਤਾਂ ਦੇ ਬਚਨਾਂ ਨਾਲ ਜਿਹੜਾ ਮਾਰਿਆ ਜਾਵੇ, ਤਿਨ ਕੋ ਕੋਏ ਨ ਸਕੈ ਜਿਵਾਏ। ਉਹਨਾਂ ਨੂੰ ਫਿਰ ਕੋਈ ਨਹੀਂ ਜਵਾ ਸਕਦਾ, ਕੋਈ ਨਹੀਂ ਰੱਖ ਸਕਦਾ ਜਿਹੜਾ ਸੰਤ ਦਾ ਮਾਰਿਆ ਹੋਵੇ। ਰੱਬ ਦੇ ਮਾਰੇ ਨੂੰ ਸੰਤ ਰੱਖ ਲੈਂਦੇ ਆ, ਪਰ ਜਿਹੜਾ ਸੰਤ ਦਾ ਮਾਰਿਆ ਹੋਵੇ ਉਹਨੂੰ ਕੋਈ ਨਹੀਂ ਜਵਾ ਸਕਦਾ, ਉਹਨੂੰ ਕੋਈ ਨਹੀਂ ਰੱਖ ਸਕਦਾ। ਮੇਟੀ ਜਾਏ ਨ ਕਬਹਿ ਰਜਾਏ। ਇਹ ਰਜਾ ਕਦੇ, ਕਿਉਂਕਿ ਇੱਕ ਸਾਧੂ ਦੀ ਰਜਾ ਮੇਟੀ ਨਹੀਂ ਜਾਂਦੀ। ਇੱਕ ਸਾਧੂ ਨੂੰ ਜਦੋਂ ਭਾ ਗਿਆ, ਉਹਨੇ ਜਿਹੜਾ ਬਚਨ ਕਰ ਦਿੱਤਾ, ਉਹ ਫਿਰ ਪਰਮੇਸ਼ਰ ਨੂੰ ਪ੍ਰਵਾਨ ਕਰਨਾ ਪੈਂਦਾ। ਜੇ ਭਾਈ ਲੱਖੂ ਨੇ ਕਹਿ ਦਿੱਤਾ ਨਾ ਵੀ ਬੁੱਧੂ ਦਾ ਆਵਾ ਕੱਚਾ,
ਤੇ ਗੁਰੂ ਅਰਜਨ ਸਾਹਿਬ ਨੂੰ ਸਵੀਕਾਰ ਕਰਨਾ ਪਿਆ। ਕਹਿੰਦੇ ਰਹੇਗਾ ਤਾਂ ਕੱਚਾ ਹੀ ਭਾਈ ਬੁੱਧੂ, ਪਰ ਤੂੰ ਗੁਰੂ ਘਰ ਤੇ ਭਰੋਸਾ ਰੱਖਿਆ, ਇਸ ਕਰਕੇ ਪੱਕੀਆਂ ਦੇ ਭਾਅ ਇੱਟਾਂ ਵਿਕ ਜਾਣਗੀਆਂ ਤੇਰੀਆਂ, ਘਾਟਾ ਨਹੀਂ ਤੈਨੂੰ ਪੈਂਦਾ। ਸੋ ਸੰਤ ਦੇ ਮਾਰੇ ਨੂੰ ਸੰਤ ਕੇ ਹੱਥੇ ਕੋ ਰੱਖਿਆ ਨਾ ਕੋਈ। ਜਿਹੜਾ ਸੰਤ ਮਹਾਤਮਾ ਦਾ ਮਾਰਿਆ ਹੋਵੇ ਉਹਨੂੰ ਕੋਈ ਨਹੀਂ ਰੱਖ ਸਕਦਾ। ਈਸ਼ਵਰ ਆਇਸ ਸੰਤ ਹਟਾਵੇ। ਜੇ ਈਸ਼ਵਰ ਦੀ ਆਗਿਆ ਹੋਵੇ ਉਹਨੂੰ ਸੰਤ ਹਟਾ ਲੈਂਦਾ, ਉਹਨੂੰ ਸੰਤ ਰੱਖ ਲੈਂਦਾ। ਸੰਤ ਕਹੇ ਕੋ ਕੌਣ ਮਿਟਾਵੇ। ਪਰ ਜੇ ਸੰਤ ਹੀ ਬਚਨ ਕਰ ਦੇਵੇ ਉਹਦੇ ਕਹੇ ਨੂੰ ਕੌਣ ਮਿਟਾਵੇ। ਈਸ਼ਵਰ ਦੇ ਕਹੇ ਨੂੰ ਸੰਤ ਮਿਟਾ ਸਕਦਾ ਹੈ, ਪਰ ਪਾਤਸ਼ਾਹ ਕਹਿੰਦੇ ਕਿ ਸੰਤ ਦੇ ਕਹੇ ਨੂੰ ਹੁਣ ਕੌਣ ਮਿਟਾਵੇ, ਖੁਦ ਈਸ਼ਵਰ ਵੀ ਨਹੀਂ ਮਿਟਾ ਸਕਦਾ। ਦੋਹਰਾ ਜੈਸੇ ਜਗ ਅੰਧਾ ਕਰਿਓ ਮਾਇਆ ਸੰਗ ਬੁਲਾਏ। ਮਹਾਰਾਜ ਕਹਿੰਦੇ ਜੈਸੇ ਜਗਤ ਅੰਨਾ ਕੀਤਾ ਹੋਇਆ ਨਾ ਈਸ਼ਵਰ ਨੇ ਮਾਇਆ ਦੇ ਨਾਲ ਭਲੇਵਾ ਪਾ ਕੇ, ਸਤਿਗੁਰ ਬਚਨ ਸੁਚੇਤ ਕਰ ਦੇਵਹਿ ਨਾਮ ਦ੍ਰਿੜਾਏ। ਜਿਹਨੂੰ ਸਤਿਗੁਰੂ ਜੀ ਕਿਰਪਾ ਕਰਕੇ ਸੁਚੇਤ ਕਰਕੇ ਆਪਣਾ ਨਾਮ ਦ੍ਰਿੜ ਕਰਾ ਦਿੰਦੇ ਨੇ, ਉਹ ਗਿਆਨ ਸੰਪੰਨ ਹੋ ਕੇ ਇਸ ਅਵਿਦਿਆ ਦੀ ਨੀਂਦ ਤੋਂ ਜਾਗ ਪੈਂਦਾ। ਚੌਪਈ ਜਿਸ ਕੋ ਚਾਹੈ ਕਰੈ ਉਧਾਰਾ। ਉਹ ਫਿਰ ਇਹੋ ਜਿਹਾ ਗਿਆਨਵਾਨ ਹੋ ਜਾਂਦਾ ਜਿਹੜਾ ਗੁਰੂ ਦੀ ਕਿਰਪਾ ਨਾਲ ਨਾਮ ਦ੍ਰਿੜ ਕਰਕੇ ਹਿਰਦੇ 'ਚ ਉਹ ਜਿਸ ਨੂੰ ਚਾਹੇ ਉਧਾਰ ਸਕਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿਹਨੂੰ ਗੁਰੂ ਸਾਹਿਬ ਜੀ ਕਿਰਪਾ ਕਰਕੇ ਆਤਮ ਗਿਆਨ ਦੀ ਸੋਝੀ ਦੇ ਦੇਣ, ਉਹ ਆਪ ਤਾਂ ਤਰਦਾ ਹੀ ਆ, ਉਹ ਆਪਣੇ ਨਾਲ ਜਿਹਦੇ ਤੇ ਤਰਸ ਕਰੇ ਉਹਦਾ ਵੀ ਉਧਾਰ ਕਰ ਲੈਂਦਾ। ਉਹ ਆਪਣੇ ਸੰਗੀਆਂ ਦਾ, ਆਪਣੇ ਸਾਥੀਆਂ ਦਾ, ਆਪਣੇ ਕੁਟੰਬੀਆਂ ਦਾ ਵੀ ਪਾਰ ਉਤਾਰਾ ਕਰ ਲੈਂਦਾ। ਬੰਧਨ ਦੇਹ ਸਰਬ ਨਿਰਵਾਰਾ। ਆਪਣੇ ਸਾਥੀਆਂ ਦੇ ਵੀ ਬੰਧਨ ਨਿਰਵਾਰ ਦਿੰਦਾ, ਕੱਟ ਦਿੰਦਾ। ਇੱਕ ਸਾਧੂ, ਇੱਕ ਮਹਾਤਮਾ। ਜਿਉ ਅੰਬਰੀਕ ਭਗਤ ਦੜਿਆਇਓ। ਮਹਾਰਾਜ ਜੀ ਕਹਿੰਦੇ ਜਿਵੇਂ ਅੰਬਰੀਕ ਭਗਤ ਹੋਇਆ ਨਾ, ਗੁਰੂ ਗ੍ਰੰਥ ਸਾਹਿਬ 'ਚ ਜ਼ਿਕਰ ਆਉਂਦਾ ਅੰਬਰੀਕ ਭਗਤ ਦਾ। ਮਹਾਰਾਜ ਜੀ ਕਹਿੰਦੇ ਜਿਵੇਂ ਅੰਬਰੀਕ ਭਗਤ ਹੋਇਆ ਬੜਾ ਪ੍ਰਸਿੱਧ। ਦੁਰਬਾਸ਼ਾ ਔਰ ਕ੍ਰੋਧ ਵਢਾਇਓ। ਕਹਿੰਦੇ ਇੱਕ ਵਾਰੀ ਦੁਰਬਾਸ਼ਾ ਭਗਤ ਅੰਬਰੀਕ ਇਹ ਰਾਜਾ ਸੀ, ਇਹਨੇ ਨੇਮ ਕੀਤਾ ਹੋਇਆ ਸੀ, ਵਰਤ ਰੱਖਿਆ ਹੋਇਆ, ਤੇ ਦੁਰਬਾਸ਼ਾ ਆਇਆ। ਉਹਨੇ ਆਖਿਆ ਜੀ ਪਹਿਲਾਂ ਅਸੀਂ ਭਗਵਾਨ ਜੀ ਨੂੰ ਭੋਗ ਲਵਾ ਲਈਏ, ਫਿਰ ਤੁਹਾਨੂੰ ਛਕਾਉਨੇ ਆ। ਉੱਥੇ ਹੀ ਦੁਰਬਾਸ਼ਾ ਕ੍ਰੋਧ ਵਿੱਚ ਆ ਕੇ ਅੰਬਰੀਕ ਨੂੰ ਸ਼ਰਾਪ ਦੇ ਕੇ ਮਾਰਨ ਦਾ ਬਚਨ ਕਰਦਾ। ਉਧਰੋਂ ਭਗਵਾਨ ਦੀ ਆਰਾਧਨਾ ਅੰਬਰੀਕ ਨੇ ਕੀਤੀ ਤੇ ਭਗਵਾਨ ਜੀ ਪ੍ਰਗਟ ਹੋਏ ਤੇ ਦੁਰਵਾਸ਼ਾ ਅੱਗੇ ਅੱਗੇ ਤੇ ਭਗਵਾਨ ਜੀ ਦਾ ਸੁਰਦਰਸ਼ਨ ਚੱਕਰ ਪਿੱਛੇ ਪਿੱਛੇ। ਹੁਣ ਉਹ ਜਿਉਂ ਭੱਜਣ ਲੱਗਾ, ਉਹ ਕਥਾ ਇੱਥੇ ਪੁਰਾਣਕ, ਇਹਨੂੰ ਪੁਰਾਣਕ ਪ੍ਰਸੰਗ ਕਹਿੰਦੇ ਆ, ਉਹ ਪ੍ਰਸੰਗ ਇੱਥੇ ਆ ਰਿਹਾ ਹੈ। ਮਹਾਰਾਜ ਜੀ ਕਹਿੰਦੇ ਜਿਵੇਂ ਅੰਬਰੀਕ ਭਗਤ ਦੇ ਕੋਲ ਦੁਰਵਾਸ਼ਾ ਰਿਸ਼ੀ ਆਇਆ ਸੀ, ਦੁਰਵਾਸ਼ਾ ਬੜਾ ਕ੍ਰੋਧੀ ਸੀ। ਤਪਦ ਚੱਕਰ ਤੇ ਪਿੱਛੇ ਲਾਗਿਓ। ਉਹ ਅੰਬਰੀਕ ਨੂੰ ਮਾਰਨਾ ਚਾਹੁੰਦਾ ਸੀ। ਪਰਮੇਸ਼ਰ ਨੇ ਵੀ, ਭਗਵਾਨ ਨੇ ਕੀ ਕੀਤਾ, ਸੁਰਦਰਸ਼ਨ ਚੱਕਰ ਪ੍ਰਗਟ ਕਰਕੇ ਉਹਨੂੰ ਅੱਗ ਦਾ ਚੱਕਰ ਬਣਾ ਕੇ ਨਾ ਉਹ ਦੁਰਵਾਸ਼ੇ ਦੇ ਪਿੱਛੇ ਲਾ ਦਿੱਤਾ ਵੀ ਦੁਰਵਾਸ਼ੇ ਨੂੰ ਮਾਰਨਾ। ਜਰਤ ਅੰਗ ਔਰ ਡਰ ਕਰ ਭਾਗਿਓ। ਹੁਣ ਉਸ ਚੱਕਰ ਨਾਲ ਜਦੋਂ ਦੁਰਵਾਸ਼ਾ ਰਿਸ਼ੀ ਦੇ ਅੰਗ ਸੜਨ ਲੱਗੇ ਤੇ ਉਹ ਭੱਜਣ ਲੱਗਾ ਅੱਗੇ ਲੱਗ ਕੇ। ਸ਼ਸ਼ ਸਵਤਾ ਨਹਿ ਰਾਖਿਓ ਜਿਸਨੂੰ। ਕਹਿੰਦੇ ਨਾ ਚੰਦਰਮਾ ਨੇ ਰੱਖਿਆ ਉਹਨੂੰ ਆਪਣੇ ਕੋਲ, ਨਾ ਸੂਰਜ ਨੇ ਰੱਖਿਆ। ਦ੍ਰੋਹਣ ਗਿਰੀਸ ਗਇਓ ਟਿਗ ਵਿਸ਼ਨੂੰ। ਨਾ ਬ੍ਰਹਮਾ ਨੇ, ਨਾ ਵਿਸ਼ਨੂੰ ਨੇ, ਤੇ ਨਾ ਹੀ ਸ਼ਿਵ ਜੀ ਨੇ ਉਹਨੂੰ ਆਪਣੇ ਕੋਲ ਰੱਖਿਆ। ਕਹਿੰਦੇ ਵੀ ਮੇਰੇ ਮਾਰੇ ਨੂੰ ਤਾਂ ਭਗਤ ਰੱਖ ਸਕਦੇ ਸੀ, ਹੁਣ ਤੂੰ ਭਗਤ ਦਾ ਮਾਰਿਆ, ਤੈਨੂੰ ਅਸੀਂ ਕਿਵੇਂ ਰੱਖ ਸਕਦੇ ਆ। ਇੱਕ ਛਿਨ ਰਾਖ ਸਕਿਓ ਨਹਿ ਕੋ। ਕਹਿੰਦੇ ਇੱਕ ਛਿਨ ਮਾਤਰ ਵੀ ਕਿਸੇ ਨੇ, ਚਾਹੇ ਉਹ ਬ੍ਰਹਮਾ ਜੀ ਨੇ, ਵਿਸ਼ਨੂੰ ਨੇ, ਮਹੇਸ਼ ਨੇ, ਸੂਰਜ ਚੰਦਰਮਾ ਆਦਿਕ, ਕੋਈ ਵੀ ਦੁਰਵਾਸ਼ਾ ਰਿਸ਼ੀ ਨੂੰ ਉਸ ਸੁਰਦਰਸ਼ਨ ਚੱਕਰ ਤੋਂ ਨਹੀਂ ਰੱਖ ਸਕਿਆ। ਉਪ ਸ਼ਰਨ ਆਇਓ ਪੁਨ ਸੋ। ਫਿਰ ਇਹਨੂੰ ਕਿਸੇ ਨੇ ਆਖਿਆ ਜੇ ਤਾਂ ਬਚਣਾ ਤੇ ਰਾਜੇ ਅੰਬਰੀਕ, ਭਗਤ ਅੰਬਰੀਕ ਦੀ ਸ਼ਰਨ 'ਚ ਦੁਬਾਰਾ ਚਲਾ ਜਾ, ਹੁਣ ਉਹੀ ਤੈਨੂੰ ਬਚਾਵੇਗਾ। ਕਿਉਂਕਿ ਭਗਵਾਨ ਦੇ ਮਾਰੇ ਨੂੰ ਉਹਦੇ ਭਗਤ ਹੀ ਰੱਖ ਸਕਦੇ ਐ, ਭਗਤਾਂ ਦੇ ਮਾਰੇ ਨੂੰ ਤਾਂ ਭਗਵਾਨ ਵੀ ਨਹੀਂ ਰੱਖ ਸਕਦਾ। ਇਸ ਕਰਕੇ ਹੇ ਦੁਰਵਾਸ਼ਾ, ਜੇ ਤਾਂ ਬਚਣਾ ਤੇ ਰਾਜੇ ਅੰਬਰੀਕ, ਭਗਤ ਅੰਬਰੀਕ ਦੀ ਸ਼ਰਨ 'ਚ ਚਲਾ ਜਾ। ਫਿਰ ਉਹ ਚੱਲ ਕੇ ਆਇਆ। ਜਰਤ ਚੱਕਰ ਤੇ ਤਾਹੇ ਉਬਾਰਾ। ਫਿਰ ਭਗਤ ਅੰਬਰੀਕ ਨੇ ਦੁਰਵਾਸ਼ਾ ਰਿਸ਼ੀ ਨੂੰ ਉਸ ਬਲਦੇ ਸੜਦੇ ਚੱਕਰ ਤੋਂ ਬਚਾਇਆ, ਇਹਦੀ ਰੱਖਿਆ ਕੀਤੀ। ਇਉਂ ਸੰਤਨ ਕੀ ਸਿਫਤ ਅਪਾਰਾ। ਇਸ ਤਰ੍ਹਾਂ ਇਹ ਸੰਤਾਂ ਦੀ, ਭਗਤਾਂ ਦੀ ਉਪਮਾ ਹੈ
ਹੇ ਕਾਜੀ, ਇਹ ਪਰਮੇਸ਼ਰ ਦੇ ਪਿਆਰਿਆਂ ਦੀ ਵਡਿਆਈ ਹੈ, ਸਿਫਤ ਹੈ। ਦੋਹਰਾ ਕਰਨੋ ਏਕੰਕਾਰ ਜੋ ਸੰਤ ਸੁਦੇਤ ਹਟਾਏ। ਏਕੰਕਾਰ ਪਰਮੇਸ਼ਰ ਨੇ ਜੋ ਕਰਨਾ ਹੁੰਦਾ ਹੈ, ਸੰਤ ਉਹਨੂੰ ਹਟਾ ਸਕਦੇ ਨੇ, ਏਡੀ ਵੱਡੀ ਸਮਰੱਥਾ ਦੇ ਮਾਲਕ ਹੁੰਦੇ ਨੇ। ਸੰਤਨ ਕੇ ਜੋ ਬਚਨ ਹੈ ਕੋਈ ਨਾ ਸਕੈ ਮਿਟਾਏ। ਪਰ ਜੇ ਕੋਈ ਸੰਤ ਬਚਨ ਕਰ ਦੇਵੇ ਤੇ ਫਿਰ ਉਸ ਸੰਤ ਦੇ ਕੀਤੇ ਬਚਨ ਨੂੰ ਕੋਈ ਨਹੀਂ ਹਟਾ ਸਕਦਾ, ਉਹਨੂੰ ਫਿਰ ਕੋਈ ਨਹੀਂ ਮੋੜ ਸਕਦਾ। ਚੌਪਈ ਗੁਣ ਖਾਨੀ ਕੇ ਬੈਨਨ ਸੁਣ ਕੇ। ਗੁਣਾਂ ਦੀ ਖਾਨ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਬਚਨ ਸੁਣ ਕੇ ਬੰਦਨ ਕਰਹਿ ਚਰਨ ਗੁਰ ਗੁਣ ਕੈ। ਉਹ ਸਤਿਗੁਰਾਂ ਦੇ ਗੁਣਾਂ ਨੂੰ ਯਾਦ ਕਰਕੇ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਦਾ, ਨਮਸਕਾਰ ਕਰਦਾ। ਪੀਰ ਨਿਜਾਮ ਦੀਨ ਕਰ ਜੋਰੀ। ਨਿਜ਼ਾਮੂਦੀਨ ਜਿਹੜਾ ਪੀਰ ਸੀ ਔਲੀਆ, ਉਹ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਨੂੰ ਬੇਨਤੀ ਕਰਦਿਆਂ ਕਹਿਣ ਲੱਗਾ, ਬੋਲਿਓ ਹੈ ਕਰ ਦੀਨ ਬਹੋਰੀ। ਬੜਾ ਦੀਨ ਹੋ ਕੇ, ਬਨਿਮਰ ਹੋ ਕੇ ਗੁਰੂ ਪਾਤਸ਼ਾਹ ਨੂੰ ਬੇਨਤੀ ਕਰਦਾ, ਸਭ ਹੀ ਸ਼ਰਨ ਤੁਮਾਰੀ ਆਏ। ਮਹਾਰਾਜ ਜੀ ਅਸੀਂ ਸਾਰੇ ਤੁਹਾਡੀ ਸ਼ਰਨ ਵਿੱਚ ਹਾਂ। ਹੇ ਗੁਰੂ ਨਾਨਕ ਸਾਹਿਬ ਪਿਰਾਨ ਪੀਰ, ਅਸੀਂ ਤੁਹਾਡੀ ਸ਼ਰਨ ਵਿੱਚ ਹਾਂ, ਸਾਰੇ ਤੁਹਾਡੀ ਪਨਾਹ ਵਿੱਚ ਹਾਂ। ਅਬ ਪੁਨ ਕੁੰਚਰ ਦੇਹੋ ਜਿਵਾਏ। ਇਹ ਹਾਥੀ ਵੀ ਤੁਹਾਡੀ ਸ਼ਰਨ ਚ ਹੈ ਮਹਾਰਾਜ। ਪਰਮੇਸ਼ਰ ਦੇ ਮਾਰੇ ਨੂੰ ਸੰਤ ਰੱਖ ਸਕਦੇ ਐ, ਪਰ ਤੁਹਾਡੇ 'ਚ ਸਮਰੱਥਾ ਹੈ। ਤੁਸੀਂ ਇਤਨੇ ਵੱਡੇ ਮਾਲਕ ਹੋ, ਸੁਆਮੀ ਹੋ ਕਿ ਸੰਤ ਦੇ ਮਾਰੇ ਨੂੰ ਵੀ ਤੁਸੀਂ ਰੱਖ ਸਕਦੇ ਹੋ। ਸਤਿ ਸ੍ਰੀ ਅਕਾਲ। ਕਿਉਂਕਿ ਤੁਸੀਂ ਆਪ ਸੰਤ ਰੂਪ ਵੀ ਹੋ ਕੇ ਪ੍ਰਗਟ ਹੋ ਕੇ ਆਏ ਹੋ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਤੁਸੀਂ ਪਰਮੇਸ਼ਰ ਵੀ ਹੋ, ਤੁਸੀਂ ਸੰਤ ਵੀ ਹੋ। ਹੁਣ ਪਰਮੇਸ਼ਰ ਦੇ ਮਾਰੇ ਨੂੰ ਸੰਤ ਰੱਖ ਸਕਦਾ ਤੇ ਸੰਤ ਦੇ ਮਾਰੇ ਨੂੰ ਪਰਮੇਸ਼ਰ ਰੱਖ ਸਕਦਾ, ਪਰ ਜਦੋਂ ਪਰਮੇਸ਼ਰ ਹੀ ਸੰਤ ਰੂਪ ਹੋ ਜਾਏ ਤੇ ਸੰਤ ਪਰਮੇਸ਼ਰ ਰੂਪ ਹੋ ਜਾਏ, ਫਿਰ ਤਾਂ ਮਹਾਰਾਜ ਜੀ ਫਿਰ ਫਰਕ ਹੀ ਨਹੀਂ ਰਹਿ ਜਾਂਦਾ, ਭੇਦ ਹੀ ਨਹੀਂ ਰਹਿ ਜਾਂਦਾ। ਕਿਰਪਾ ਕਰੋ ਮਹਾਰਾਜ, ਇਸ ਮੁਰਦੇ ਹਾਥੀ ਦੇ ਉੱਤੇ ਹੁਣ ਤਰਸ ਕਰੋ, ਇਹ ਵੀ ਤੁਹਾਡੀ ਸ਼ਰਨ ਵਿੱਚ ਹੈ। ਤਵ ਖੁਦਾਏ ਮੈਂ ਭੇਦ ਨਾ ਕੋ। ਤੁਹਾਡੇ ਵਿੱਚ ਤੇ ਖੁਦਾ ਵਿੱਚ ਕੋਈ ਭੇਦ ਨਹੀਂ, ਤੁਹਾਡੇ ਵਿੱਚ ਔਰ ਖੁਦਾ 'ਚ ਕੋਈ ਫਰਕ ਨਹੀਂ। ਚਾਹੋ ਜੋ ਉਰ ਮਹਿ ਕਰ ਹੋ ਸੋ। ਤੁਸੀਂ ਜੋ ਚਾਹੋ ਮਰਜ਼ੀ ਕਰ ਸਕਦੇ ਹੋ। ਬੋਲੇ ਪ੍ਰਭ ਉਠੋ ਮਰਦਾਨਾ। ਖਾਲਸਾ ਜੀ, ਇਹ ਫਰਕ ਸੀ ਸਿੱਧਾਂ ਦੀਆਂ ਕਰਾਮਾਤਾਂ ਵਿੱਚ ਔਰ ਸਤਿਗੁਰਾਂ ਦੀ ਅਜ਼ਮਤ ਵਿੱਚ। ਸਿੱਧ ਆਪ ਨਾਟਕ ਚੇਟਕ ਕਰਦੇ ਸੀ, ਉਹ ਆਪ ਕਰਾਮਾਤਾਂ ਕਰਦੇ। ਸਤਿਗੁਰੂ ਆਪਣੇ ਸੇਵਕ ਨੂੰ ਕਹਿੰਦੇ, ਮਰਦਾਨਿਆਂ ਤੂੰ ਜਾ ਕੇ ਜਲ ਦਾ ਛੱਟਾ ਮਾਰ ਦੇ। ਇੱਥੇ ਗੱਲ ਪ੍ਰਸਿੱਧ ਹੈ, ਪ੍ਰਗਟ ਹੁੰਦੀ ਹੈ, ਕਰੋੜਾਂ ਸੂਰਜਾਂ ਵਾਂਗੂ ਪ੍ਰਕਾਸ਼ ਕਰਦੀ ਹੈ ਕਿ ਜਿਹੜੀਆਂ ਰਿੱਧੀਆਂ ਸਿੱਧੀਆਂ ਤੇ ਕਰਾਮਾਤਾਂ ਤੇ ਸਿੱਧ ਮਾਣ ਕਰਦੇ ਨੇ, ਐਸੀਆਂ ਰਿੱਧੀਆਂ ਸਿੱਧੀਆਂ ਤਾਂ ਗੁਰੂ ਨਾਨਕ ਦੇ ਦਾਸਾਂ ਵਿੱਚ ਹੀ ਨੇ ਤੇ ਸਤਿਗੁਰੂ ਜੀ ਤਾਂ ਆਪ ਪਰਮੇਸ਼ਰ ਨੇ। ਐਸੀਆਂ ਅਜ਼ਮਤਾਂ ਕਰਾਮਾਤਾਂ ਤਾਂ ਗੁਰੂ ਨਾਨਕ ਦੇ ਦਾਸਾਂ ਵਿੱਚ ਨੇ। ਭਾਈ ਦਇਆ ਸਿੰਘ ਤਾਂ ਇੱਥੋਂ ਤੱਕ ਕਹਿੰਦੇ ਬਾਦਸ਼ਾਹ ਔਰੰਗਜ਼ੇਬ ਨੂੰ, ਕਹਿੰਦੇ ਉਹ ਬਾਦਸ਼ਾਹ ਅਜਮਤ ਗੁਰ ਕੇ ਸਵਾਨ ਮੈਂ ਝੂਠਾ ਨਿਤ ਖਾਵੈ। ਔਰੰਗਾ ਪੁੱਛਦਾ ਭਾਈ ਦਇਆ ਸਿੰਘ ਨੂੰ ਕਿ ਗੁਰੂ 'ਚ ਕਰਾਮਾਤ ਹੈ, ਤੇ ਭਾਈ ਦਇਆ ਸਿੰਘ ਕਹਿੰਦੇ ਗੁਰੂ ਵਿੱਚ ਕਰਾਮਾਤ ਪੁੱਛਦਾ? ਕਰਾਮਾਤ ਤਾਂ ਗੁਰੂ ਦੇ ਕੁੱਤਿਆਂ ਵਿੱਚ ਵੀ ਹੈ, ਜਿਹੜੇ ਸਤਿਗੁਰਾਂ ਦਾ ਸੀਤ ਪ੍ਰਸ਼ਾਦ ਛਕਦੇ ਆ। ਅਜਮਤ ਗੁਰ ਕੇ ਸਵਾਨ ਮੈਂ ਝੂਠਾ ਨਿਤ ਖਾਵੈ। ਤੋ ਗੁਰੂ ਸਾਹਿਬ ਜੀ ਦੀ ਕਲਾ, ਪਾਤਸ਼ਾਹ ਉਹਨਾਂ ਸਿੱਧਾਂ ਦੇ ਬਰੋਬਰ ਨਹੀਂ। ਆਮ ਕਰਕੇ ਕਹਿ ਦਿੰਦੇ ਜੀ ਉਹ ਸਿੱਧ ਵੀ ਕਰਾਮਾਤਾਂ ਵਿਖਾਉਂਦੇ ਤੇ ਗੁਰੂ ਸਾਹਿਬ ਵੀ ਵਿਖਾਉਂਦੇ, ਤੇ ਫਰਕ ਕੀ ਹੈ? ਸਤਿਗੁਰੂ ਜੀ ਦੇ ਸੇਵਕ ਕਰਾਮਾਤਾਂ ਵਿਖਾ ਲੈਂਦੇ ਆ, ਅਜਮਤ ਪ੍ਰਗਟ ਕੌਤਕ ਹੈ ਇਹ, ਕਿਸੇ ਅੰਦਰ ਭਰੋਸਾ ਬਣਾਉਣ ਵਾਸਤੇ, ਪਰਮੇਸ਼ਰ ਦੀ ਹੋਂਦ, ਅਕਾਲ ਪੁਰਖ ਦੀ ਹੋਂਦ ਦੇ ਉੱਤੇ ਭਰੋਸਾ ਬਣਾਉਣ ਵਾਸਤੇ ਅਕਾਲ ਪੁਰਖ ਜੀ ਆਪਣੀ ਕਲਾ ਸੁਤੇ ਸਿੱਧੀ ਪ੍ਰਗਟ ਕਰ ਲੈਂਦੇ ਆ ਸੰਸਾਰ 'ਚ। ਤੋ ਮਹਾਰਾਜ ਜੀ ਨੇ ਭਾਈ ਮਰਦਾਨੇ ਨੂੰ ਹੁਕਮ ਕੀਤਾ, ਮਰਦਾਨਿਆਂ ਉੱਠ, ਛਿਰ ਕਹੋ ਜਲ ਤੁਮ ਲੈ ਨਿਜ ਪਾਨਾ। ਆ ਜਲ ਲੈ ਕੇ ਆਪਣੇ ਹੱਥੀਂ ਇਸ ਕੂੰਚਰ ਤੇ ਛਿੜਕਾਵ ਕਰੋ। ਕਹੇ ਪੀਰ ਕੇ ਅਬ ਕੀ ਵਾਰੀ। ਇਸ ਵਾਰ ਪੀਰ ਨਿਜ਼ਾਮੂਦੀਨ ਜੀ ਕਹਿ ਰਹੇ ਨੇ, ਸੰਤ ਨੇ ਨਾ, ਸੰਤ ਦੇ ਕਹੇ ਨੂੰ ਪਰਮੇਸ਼ਰ ਨਹੀਂ ਮੋੜ ਸਕਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਿਉਂਕਿ ਉਹ ਪੀਰ ਨਿਜ਼ਾਮੂਦੀਨ ਜੀ ਸੰਤ ਸਨ। ਸੰਤ ਜੀ ਨੇ ਕਿਹਾ ਤੇ ਹੁਣ ਸਾਨੂੰ ਮੰਨਣਾ ਹੀ ਪਵੇਗਾ ਬਚਨ। ਸੰਤ ਦੇ ਕਹੇ ਨੂੰ ਪਰਮੇਸ਼ਰ ਕਿਵੇਂ ਮੋੜੇ?
ਹੁਣ ਪਰਮੇਸ਼ਰ ਗੁਰੂ ਨਾਨਕ ਸਾਹਿਬ ਨੇ, ਸੰਤ ਨਿਜ਼ਾਮੂਦੀਨ ਮਹਾਰਾਜ ਜੀ ਕਹਿੰਦੇ ਇਸ ਵਾਰ ਪੀਰ ਜੀ ਦੇ ਕਹਿਣ ਤੇ ਜਵਾ ਦਿਓ। ਦੇਹ ਜਿਵਾਏ ਮਰਿਓ ਗਜ ਭਾਰੀ, ਇਹ ਭਾਰੀ ਹਾਥੀ ਜਿਹੜਾ ਮਰਿਆ ਪਿਆ ਇਹਨੂੰ ਜਵਾ ਦਿਓ। ਦੋਹਰਾ ਉਠਤ ਭਇਓ ਤਤਕਾਲ ਪੁਨ ਜਲ ਲੈ ਕਹਿ ਸਤਨਾਮ। ਉਸੇ ਵੇਲੇ ਭਾਈ ਮਰਦਾਨਾ ਜੀ ਉੱਠੇ, ਜਲ ਲਿਆ ਆਪਣੇ ਹੱਥ ਵਿੱਚ, ਜਲ ਦਾ ਚੂੜਾ ਭਰਿਆ ਤੇ ਮੁਖੋਂ ਸਤਨਾਮ ਸ੍ਰੀ ਵਾਹਿਗੁਰੂ ਇਹ ਆਖਿਆ। ਸਿਰਕਤ ਤੇ ਜੀਵਿਓ ਤੁਰਤ ਜੋ ਕੁੰਚਰ ਅਬਰਾਮ। ਜਲ ਦਾ ਤਰੋਂਕਾ ਮਾਰ ਕੇ, ਛਿੱਟਾ ਮਾਰ ਕੇ ਹਾਥੀ ਤੇ ਰਸਨਾ ਤੋਂ ਆਖਿਆ ਸਤਨਾਮ ਸ੍ਰੀ। ਕਹਿੰਦੇ ਉਸੇ ਵੇਲੇ ਉਹ ਮੁਰਦਾ ਹਾਥੀ ਸੁਰਜੀਤ ਹੋ ਕੇ ਉੱਠ ਖਲੋਤਾ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪ੍ਰਤੱਖ ਕਲਾ ਕੌਤਕ ਸੰਸਾਰ ਵਿੱਚ ਪ੍ਰਗਟ ਹੋਇਆ, ਕਿਉਂਕਿ ਆਪ ਸਵੈੰ ਪਰਮੇਸ਼ਵਰ ਨੇ। ਮੈਂ ਅਕਸਰ ਬੇਨਤੀ ਕਰਦਾ ਹੁੰਨਾ, ਗੁਰੂ ਕੇ ਸਿੱਖ ਦੀ ਦ੍ਰਿਸ਼ਟੀ ਵਿੱਚ ਗੁਰੂ ਨਾਨਕ ਸਾਹਿਬ ਪਰਮੇਸ਼ਵਰ ਨੇ, ਔਰ ਪਰਮੇਸ਼ਰ ਕੁਝ ਵੀ ਕਰਨ ਦੀ ਸਮਰੱਥਾ ਰੱਖਦੇ ਨੇ। ਪਰਮੇਸ਼ਰ ਚਾਹੇ ਤੇ ਆਪਣੇ ਚਰਨਾਂ ਨਾਲ ਮੱਕਾ ਫੇਰ ਸਕਦਾ ਹੈ, ਪਰਮੇਸ਼ਰ ਚਾਹੇ ਤੇ ਮੁਰਦਿਆਂ ਨੂੰ ਜਿਉਂਦਾ ਕਰ ਸਕਦਾ ਹੈ। ਹਾਂ, ਜੇ ਕਿਤੇ ਸਾਡੇ ਵਰਗੇ ਆਮ ਸਧਾਰਨ ਬੰਦੇ ਹੁੰਦੇ ਤੇ ਅਸੀਂ ਕਹਿ ਸਕਦੇ ਸੀ ਕਿ ਉਹ ਐਸਾ ਨਹੀਂ ਕਰ ਸਕਦੇ, ਪਰ ਗੁਰੂ ਕੇ ਸਿੱਖ ਦੀ ਦ੍ਰਿਸ਼ਟੀ 'ਚ ਗੁਰੂ ਨਾਨਕ ਸਾਹਿਬ ਪਾਰ ਬ੍ਰਹਮ ਪਰਮੇਸ਼ਵਰ ਨੇ, ਅਕਾਲ ਪੁਰਖ ਨੇ। ਕਹਿੰਦੇ ਉਸੇ ਵਕਤ ਤੋਂ ਮੁਰਦਾ ਹਾਥੀ ਸੁਰਜੀਤ ਹੋ ਗਿਆ। ਚੌਪਈ ਕੌਤਕ ਦੇਖ ਬਿਸਮ ਭੇ ਸਭ ਹੀ। ਇਹ ਕੌਤਕ ਵੇਖ ਕੇ ਸਤਿਗੁਰਾਂ ਦਾ ਸਭ ਬਿਸਮਾਦ ਹੋ ਗਏ, ਹੈਰਾਨ ਹੋ ਗਏ। ਬਿਸਮ 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 ਹੀ ਭਈ ਹੈ ਵਾਲੀ ਖੇਡ ਬਣ ਗਈ। ਬਾਰ ਬਾਰ ਬੰਦਹਿ ਪਦ ਤਬ ਹੀ। ਬਾਰੰਬਾਰ ਬਾਰੰਬਾਰ ਗੁਰੂ ਪਾਤਸ਼ਾਹ ਦੇ ਚਰਨਾਂ ਤੇ ਬੰਦਨਾ ਕਰਦੇ ਨੇ, ਨਮਸਕਾਰ ਕਰਦੇ ਹਨ। ਕਹਿਣ ਲੱਗੇ ਨਿਜ ਦੇਹੋ ਉਪਦੇਸ਼ਾ। ਕਹਿਣ ਲੱਗੇ ਮਹਾਰਾਜ ਕਿਰਪਾ ਕਰੋ, ਹੁਣ ਅਸੀਂ ਤੁਹਾਡੇ ਸੇਵਕ ਹਾਂ, ਤੁਹਾਡੇ ਮੁਰੀਦ ਹੋ ਗਏ ਆ ਮਹਾਰਾਜ। ਤੁਸੀਂ ਸਾਡੇ ਪੀਰ ਹੋ, ਅਸੀਂ ਤੁਹਾਡੇ ਮੁਰੀਦ ਹਾਂ। ਤੁਸੀਂ ਸਾਡੇ ਮੁਰਸ਼ਦ ਹੋ ਮਹਾਰਾਜ। ਤੇ ਮੁਰਸ਼ਦ ਆਪਣੇ ਮੁਰੀਦਾਂ ਨੂੰ ਉਪਦੇਸ਼ ਦਿੰਦਾ। ਆਪ ਜੀ ਕਿਰਪਾ ਕਰਕੇ ਸਾਨੂੰ ਉਪਦੇਸ਼ ਬਖਸ਼ੋ। ਤੁਮ ਖੁਦਾਏ ਤਨ ਧਰ ਦਰਵੇਸ਼ਾ। ਤੁਸੀਂ ਖੁਦਾ ਹੋ ਤੇ ਦਰਵੇਸ਼ ਦਾ ਤਨ ਧਾਰਨ ਕਰਕੇ ਸੰਸਾਰ 'ਚ ਵਿਚਰ ਰਹੇ ਹੋ। ਸ੍ਰੀ ਗੁਰ ਭਨੈ ਸੁਨੋ ਪਤਸ਼ਾਹੇ। ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੋਲੇ, ਕਹਿੰਦੇ ਬਾਦਸ਼ਾਹ ਸੁਣ। ਧਰਮ ਨਿਆਏ ਕੀ ਜੈ ਚਿਤ ਚਾਹੇ। ਯਾਦ ਰੱਖੀ ਤੇਰੇ ਕੋਲ ਅਦਲ ਹੈ, ਤੇਰੇ ਕੋਲ ਇਨਸਾਫ ਦੀ ਤੱਕੜੀ ਹੈ, ਕਦੇ ਕਿਸੇ ਨਾਲ ਬੇਇਨਸਾਫੀ ਨਾ ਕਰੀ। ਬਾਦਸ਼ਾਹ ਹੈ, ਬਾਦਸ਼ਾਹ ਦਾ ਧਰਮ ਹੁੰਦਾ ਰਾਜੇ ਚੁੱਲੀ ਨਿਆਓ ਕੀ। ਰਾਜੇ ਦਾ ਧਰਮ ਹੈ ਕਿ ਉਹ ਨਿਆਂ ਕਰੇ, ਇਨਸਾਫ ਕਰੇ, ਪਕਸ਼ਪਾਤ ਨਾ ਕਰੇ। ਤੂੰ ਧਰਮ ਨਾਲ ਨਿਆਂ ਕਰਨਾ ਹੈ। ਜਿੱਥੇ ਧਰਮ ਹੋਵੇਗਾ ਉੱਥੇ ਨਿਆਂ ਹੋਵੇਗਾ ਹੀ ਹੋਵੇਗਾ। ਤੂੰ ਧਰਮ ਸਹਿਤ ਨਿਆਏ ਕਰਨਾ, ਇਨਸਾਫ ਕਰਨਾ ਹੈ। ਕਾਜੀ ਨਹਿ ਰਿਸ਼ਵਤ ਕਬ ਲੀਜੈ। ਕਾਜੀ ਨੂੰ ਆਖਿਆ, ਕਾਜੀ ਤੂੰ ਵੀ ਲੋਕਾਂ ਨੂੰ ਫਤਵੇ ਦਿਨਾ ਲਿਖ ਕੇ, ਤੂੰ ਵੀ ਫਤਵੇ ਜਾਰੀ ਕਰਦਾ, ਲੋਕਾਂ ਦੇ ਹਿਸਾਬ ਕਿਤਾਬ ਤੈਂ ਵੀ ਕਰਦਾ। ਬੜੇ ਲੋਕ ਤੇਰੇ ਕੋਲ ਆਪਣੇ ਕੇਸ ਲੈ ਕੇ ਆਉਂਦੇ ਐ, ਕਿਸੇ ਨੂੰ ਹਰਾਉਣਾ, ਕਿਸੇ ਨੂੰ ਜਿਤਾਉਣਾ। ਕਾਜੀ ਜੀ ਸਾਡਾ ਉਪਦੇਸ਼ ਇਹ ਹੈ ਵੀ ਅੱਜ ਤੋਂ ਬਾਅਦ ਰਿਸ਼ਵਤ ਨਾ ਲਿਓ ਕਿਸੇ ਕੋਲੋਂ। ਇਹ ਬਚਨ ਕੱਲਾ ਉਸ ਕਾਜੀ ਵਾਸਤੇ ਨਹੀਂ ਸੀ, ਸੰਸਾਰ ਦੇ ਹਰ ਇੱਕ ਉਸ ਪ੍ਰਾਣੀ ਵਾਸਤੇ ਹੈ ਜਿਹੜਾ ਇਨਸਾਫ ਕਰਦਾ ਹੈ, ਜਿਹਦੇ ਕੋਲ ਇਨਸਾਫ ਕਰਨ ਦੀ ਤੱਕੜੀ ਹੈ। ਚਾਹੇ ਉਹ ਜੱਜ ਦੀ ਕੈਟਾਗਰੀ ਵਿੱਚ ਆਉਣ, ਚਾਹੇ ਉਹ ਵਕੀਲਾਂ ਦੀ ਕੈਟਾਗਰੀ ਵਿੱਚ ਆਉਣ, ਚਾਹੇ ਉਹ ਕਾਨੂੰਨ ਦੀ ਵਿਵਸਥਾ ਨੂੰ ਬਣਾਉਣ ਦੀ ਕੈਟਾਗਰੀ ਵਿੱਚ ਆਉਣ, ਚਾਹੇ ਕਾਨੂੰਨ ਬਣਾਉਣ ਵਾਲੇ ਰਾਜਨੀਤਿਕ ਹੋਣ, ਕੋਈ ਵੀ ਹੋਵੇ, ਹਰ ਇੱਕ ਵਾਸਤੇ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਹੈ ਕਿ ਰਿਸ਼ਵਤਖੋਰੀ ਨਾ ਕਰੋ ਭਾਈ। ਰਿਸ਼ਵਤ ਲੈ ਕੇ ਕਦੇ ਕਿਸੇ ਨਾਲ ਬੇਇਨਸਾਫੀ ਨਾ ਕਰੋ। ਹੱਕ ਨੂੰ ਸੱਚ ਤੇ ਸੱਚ ਨੂੰ, ਕਿਉਂਕਿ ਕਲਯੁਗ ਦਾ ਸਮਾਂ ਭਾਈ ਗੁਰਦਾਸ ਜੀ ਨੇ ਲਿਖਿਆ ਕਿ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਕੀ ਵਰਤਾਰਾ ਸੀ ਸੰਸਾਰ 'ਚ। ਉਹ ਲਿਖਦੇ ਹੈ, ਕੱਲ ਹੋਈ ਕੁੱਤੇ ਮੋਹੀ, ਖਾਜ ਹੋਆ ਮੁਰਦਾਰ ਗੁਸਾਈ, ਰਾਜੇ ਪਾਪ ਕਮਾਮਦੇ ਉਲਟੀ ਬਾੜ ਖੇਤ ਕੋ ਖਾਈ, ਚੇਲੇ ਸਾਜ ਵਜਾਏਂਦੇ ਨੱਚਣ ਗੁਰੂ ਬਹੁਤ ਬਿਧ ਧਾਈ ਪਤਾਈ,
ਭਾਈ ਚੇਲੇ ਬੈਠਣ ਘਰਾਂ ਵਿੱਚ, ਗੁਰੂ ਉਠ ਘਰੀ ਤਨਾੜੀ ਜਾਈ। ਕਾਜੀ ਹੋਏ ਰਿਸ਼ਵਤੀ, ਵੱਡੀ ਲੈ ਕੇ ਹੱਕ ਗਵਾਈ। ਵਰਤਿਆ ਪਾਪ ਸਬਸ ਜਗ ਮਾਹੀ। ਕਾਜੀ ਰਿਸ਼ਵਤ ਖੋਰ ਹੋ ਗਏ। ਰਾਜੇ ਜਿਹੜੇ ਵਾੜ ਪੜ ਕੇ ਸੰਸਾਰ ਦੀ ਪਰਜਾ ਨੂੰ ਪਾਲਣ ਵਾਲੇ, ਉਹ ਵਾੜ ਹੀ ਪਰਜਾ ਨੂੰ ਖਾਣ ਲੱਗ ਪਈ। ਇਹ ਕਹਾਵਤ ਇੱਕ ਸਾਖੀ ਸੁਣਾਈ ਜਾਂਦੀ ਹੈ। ਕਹਿੰਦੇ ਕਿ ਜੁਲਾਏ ਤੇ ਜ਼ਿਮੀਂਦਾਰ ਦਾ ਕਿਤੇ ਆਪਸੀ ਝਗੜਾ ਹੋ ਗਿਆ। ਝਗੜਾ ਚਲਾ ਗਿਆ ਕਾਜੀ ਜੀ ਦੇ ਪਾਸ। ਜੁਲਾਏ ਨੇ ਵੇਖਿਆ ਵੀ ਫੈਸਲੇ ਦੀ ਤਰੀਕ ਹੈ ਤੇ ਕਾਜੀ ਜੀ ਨੂੰ ਕੁਝ ਦੇ ਕੇ ਆਈਏ ਤੇ ਫੈਸਲਾ ਮੇਰੇ ਪੱਖ 'ਚ ਕਰ ਦੇ। ਜੁਲਾਏ ਨੇ ਇੱਕ ਬੜੀ ਸੋਹਣੀ ਬਰੀਕ ਧਾਗੇ ਦੀ ਪੱਗ ਬਣਾਈ। ਪੱਗ ਬਣਾ ਕੇ ਕਾਜੀ ਨੂੰ ਦਿੱਤੀ। ਕਾਜੀ ਸਾਹਿਬ, ਆ ਖਿਆਲ ਰੱਖਿਓ, ਫਲਾਣੀ ਤਰੀਕ ਤੇ ਤੁਸੀਂ ਮੇਰਾ ਇਨਸਾਫ ਕਰਨਾ, ਮੇਰੇ ਵੱਲ ਮੇਰੀ ਫੇਵਰ ਦਾ ਕੇਸ ਕਰਿਓ। ਕਾਜੀ ਕਹਿੰਦਾ ਫਿਕਰ ਨਾ ਕਰ, ਤੂੰ ਪੱਗ ਦੇ ਚੱਲਿਆ, ਜ਼ਿਮੀਂਦਾਰ ਕਿਹੜਾ ਕੁਝ ਦੇ ਕੇ ਗਿਆ। ਜ਼ਿਮੀਂਦਾਰ ਨੂੰ ਪਤਾ ਲੱਗਾ ਅਗਲੇ ਦਿਨ ਕਿ ਜੁਲਾਇਆ ਜਾ ਕੇ ਪੱਗ ਦੇ ਆਇਆ ਵੀ ਕਾਜੀ ਨੇ ਤਾਂ ਫੈਸਲਾ ਉਹਦੀ ਫੇਵਰ 'ਚ ਕਰ ਦੇਣਾ ਤੇ ਮੈਂ ਤਾਂ ਮਾਰਿਆ ਜਾਵਾਂਗਾ। ਉਹਦੇ ਕੋਲ ਇੱਕ ਦੁੱਧ ਦੇਣ ਵਾਲੀ ਗਊ ਸੀ। ਜ਼ਿਮੀਂਦਾਰ ਨੇ ਗਊ ਦਾ ਰੱਸਾ ਖੋਲ੍ਹਿਆ, ਕੌੜਾ ਘੁੱਟ ਭਰਿਆ। ਦੁੱਧ ਵਾਲਾ ਡੰਗਰ ਦੇਣਾ ਕਿਹੜਾ ਕਿਸੇ ਦਾ ਹੌਸਲਾ ਪੈਂਦਾ। ਜਾ ਕੇ ਕਾਜੀ ਨੂੰ ਆਖਿਆ, ਕਾਜੀ ਸਾਹਿਬ ਲਓ, ਬੱਚੇ ਦੁੱਧ ਪੀਣਗੇ, ਨਾਲੇ ਮੈਨੂੰ ਅਸੀਸਾਂ ਦੇਣਗੇ। ਕਾਜੀ ਨੂੰ ਕਿਹਾ ਨਾਲੇ ਖਿਆਲ ਰੱਖਿਓ ਮੇਰੀ ਤਰੀਕ ਹੈ। ਕਾਜੀ ਕਹਿੰਦਾ ਫਿਕਰ ਨਾ ਕਰੀ। ਜਿਸ ਦਿਨ ਤਰੀਕ ਸੀ ਫੈਸਲਾ ਕਾਜੀ ਨੇ ਜ਼ਿਮੀਂਦਾਰ ਦੇ ਪੱਖ 'ਚ ਕਰ ਦਿੱਤਾ। ਜੁਲਾਇਆ ਇਸ਼ਾਰਾ ਕਰਕੇ ਸਿਰ ਵੱਲ ਹੱਥ ਮਾਰ ਕੇ ਆਖੇ ਵੀ ਮੇਰੀ ਪੱਗ। ਉਹ ਕਹਿੰਦਾ ਤੇਰੀ ਪੱਗ ਗਾਂ ਖਾ ਗਈ ਆ, ਗਾਂ ਵੱਡੀ ਸੀ, ਇਸ ਕਰਕੇ ਫੈਸਲਾ ਗਾਂ ਵਾਲੇ ਪੱਖ ਵਿੱਚ ਕਰ ਦਿੱਤਾ। ਇਹ ਸੁਭਾਵ ਹੈ ਸੰਸਾਰ ਦੇ ਉਹਨਾਂ ਰਿਸ਼ਵਤਖੋਰ ਲੋਕਾਂ ਦਾ। ਇਹ ਨਹੀਂ ਵੀ ਉਹਨਾਂ ਨੇ ਇੱਕ ਪਾਸਿਓਂ ਲੈਣੀ ਹੈ ਰਿਸ਼ਵਤ। ਧੜੇ ਦੋ ਚਲੇ ਗਏ ਤੇ ਰਹਿਣੀ ਦੋਵੇਂ ਪਾਸੇ। ਇੱਕ ਨੂੰ ਕਹਿਣਾ ਬਸ ਹੁਣ ਤੇਰੇ ਪੱਖ ਦਾ ਕੰਮ ਹੋਵੇਗਾ, ਦੂਜੇ ਨੂੰ ਕਹਿਣਾ ਤੇਰੇ ਪੱਖ ਦਾ। ਜਿੱਧਰੋਂ ਕੁਝ ਨਾਵਾਂ ਵੱਧ ਮਿਲ ਗਿਆ ਫੈਸਲਾ ਉਸ ਪਾਸੇ ਹੋ ਜਾਂਦਾ। ਇਹ ਸਮਾਜ ਦਾ ਵਰਤਾਰਾ ਉਦੋਂ ਵੀ ਵਰਤ ਰਿਹਾ ਸੀ, ਹੁਣ ਵੀ ਵਰਤ ਰਿਹਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਦੋਂ ਵੀ ਵਰਜਦੇ ਨੇ, ਅੱਜ ਵੀ ਵਰਜਦੇ ਨੇ ਤੇ ਆਉਣ ਵਾਲੇ ਸਮੇਂ 'ਚ ਵੀ ਵਰਜਦੇ ਰਹਿਣਗੇ। ਕਾਜੀ ਸਾਹਿਬ, ਰਿਸ਼ਵਤਖੋਰੀ ਨਾ ਕਰਿਓ, ਅੱਜ ਤੋਂ ਬਾਅਦ ਰਿਸ਼ਵਤ ਨਾ ਲਿਓ। ਇਹ ਹੁਕਮ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕਰਦੇ ਹਨ। ਰੱਖੋ ਧਰਮ ਨਾ ਕਿਸੇ ਦੁੱਖ ਦੀਜੈ। ਧਰਮ ਰੱਖਣਾ, ਕਿਸੇ ਨੂੰ ਦੁੱਖ ਨਹੀਂ ਦੇਣਾ। ਦਇਆ ਦਾ ਭਾਵ ਰੱਖਣਾ ਹਿਰਦੇ 'ਚ। ਕਾਜੀ ਜੀ, ਬਾਦਸ਼ਾਹ, ਦਇਆ ਦੀ ਬਿਰਤੀ, ਹਲੇਮੀ ਰਾਜ ਕਰਨ ਦੀ ਬਿਰਤੀ ਰੱਖਣੀ ਹੈ, ਕਿਸੇ ਨੂੰ ਦੁੱਖ ਨਹੀਂ ਦੇਣਾ। ਸਤ ਸੰਗਤ ਮਿਲ ਸੇਵਾ ਕਰਨੀ। ਔਰ ਸਤ ਸੰਗਤ ਵਿੱਚ ਮਿਲ ਕੇ ਸੇਵਾ ਕਰਨੀ। ਜਿੱਥੇ ਸਤ ਸੰਗਤ ਹੋਵੇ ਉੱਥੇ ਸਤ ਸੰਗਤ ਵਿੱਚ ਮਿਲ ਕੇ ਸੇਵਾ ਟਹਿਲ ਕਰਨੀ ਹੈ। ਮਨ ਮਲੀਨਤਾ ਸਕਲੀ ਹਰਨੀ। ਮਨ ਦੇ ਜਿਹੜੀ ਮਲੀਨਤਾਈ ਦੀ ਬਿਰਤੀ ਹੈ, ਮੈਲਾਪਨ, ਇਸ ਮਲਨਤਾਈ ਦੀ ਬਿਰਤੀ ਨੂੰ ਆਪਣੇ ਹਿਰਦੇ ਚੋਂ ਤਿਆਗਣਾ ਹੈ। ਸਤ ਨਾਮ ਸਿਮਰੋ ਦਿਨ ਰਾਤੀ। ਔਰ ਸੱਚੇ ਨਾਮ ਦਾ ਸਿਮਰਨ ਦਿਨ ਰਾਤ ਕਰਨਾ ਹੈ। ਦਿਨ ਰਾਤ ਜਪਣਾ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ। ਪਾਤਸ਼ਾਹ ਕਹਿੰਦੇ ਇਸ ਸੱਚੇ ਨਾਮ ਦਾ ਸਿਮਰਨ ਉਹ ਦਿਨ ਰਾਤ ਕਰਨਾ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਸਿਮਰੋ ਜਾਸ ਬਿਸੰਬਰ ਏਕੈ, ਨਾਮ ਜਪਤ ਅਗਨਤ ਅਨੇਕੈ। ਇਹ ਸਿਮਰਨ ਨਿਤ ਕਰਨਾ, ਨਿਤ ਧਿਆਉਣਾ ਹੈ। ਹਿਰਦੇ ਸ਼ਰਧਾ ਧਰ ਪਲ ਭਾਂਤੀ। ਔਰ ਹਿਰਦੇ 'ਚ ਭਲੀ ਪ੍ਰਕਾਰ ਨਾਲ ਸ਼ਰਧਾ ਧਾਰਨ ਕਰਨੀ ਹੈ। ਸ਼ਰਧਾ ਆਪਣੇ ਹਿਰਦੇ 'ਚ ਵਸਾਉਣੀ ਹੈ। ਦੋਹਰਾ ਹਿਤ ਖੁਦਾਏ ਦਸਵੰਦ ਦੇ, ਕੀਜੈ ਧਰਮ ਨਿਆਏ। ਗੁਰੂ ਨੂੰ ਸਿੱਖ ਕੋਲੋਂ ਇੱਕੋ ਦਾਤ ਚਾਹੀਦੀ, ਇੱਕੋ ਵਸਤੂ ਚਾਹੀਦੀ ਹੈ, ਉਹ ਹੈ ਸ਼ਰਧਾ। ਸ਼ਰਧਾ ਦੇ ਬਾਬਤ ਇੱਕ ਸੱਜਣ ਨੇ ਬੜਾ ਸੋਹਣਾ ਲਿਖਿਆ। ਕਹਿੰਦੇ ਤਰਕ ਭੱਜ ਗਈ ਸੀ ਜਦੋਂ ਝੂਲਦਾ ਹੋਇਆ ਮਸਤ ਹਾਥੀ ਆਉਣਾ ਸੀ ਨਾ, ਉਹਦੇ ਨਾਲ ਲੜਨ ਵਾਸਤੇ ਤਰਕ ਦੁਨੀ ਚੰਦ ਦੇ ਰੂਪ ਵਿੱਚ ਭੱਜ ਗਈ ਤੇ ਸ਼ਰਧਾ ਨਾਗਣੀ ਫੜ ਕੇ ਬਚਿੱਤਰ ਸਿੰਘ ਦੇ ਰੂਪ 'ਚ ਸਤਿਗੁਰਾਂ ਦੇ ਸਨਮੁਖ ਖੜੀ ਹੈ। ਇਹ ਸ਼ਰਧਾ ਹੈ।
ਕਿ ਮੇਰਾ ਸਾਹਿਬ ਚਾਹਵੇ ਤੇ ਮੈਨੂੰ ਹਾਥੀਆਂ ਨਾਲ ਲੜਾ ਸਕਦਾ, ਇਹਨੂੰ ਸ਼ਰਧਾ ਕਹਿੰਦੇ ਆ। ਜੇ ਹਾਥੀ ਨਾਲ ਲੜਾਉਣਗੇ ਤੇ ਮੈਨੂੰ ਵੀ ਸ਼ੇਰ ਜਿੰਨਾ ਬਲ ਦੇਣਗੇ ਤੇ ਲੜਾਉਣਗੇ ਨਾ, ਇਹ ਸ਼ਰਧਾ ਸੀ। ਤਰਕ ਜਿਹੜੀ ਸੀ ਉਹ ਖਿਸਕਣ ਲੱਗ ਪਈ ਸੀ ਤਖਤ ਕੇਸਗੜ੍ਹ ਸਾਹਿਬ ਦੀ ਜਗ੍ਹਾ ਤੇ, ਇਹ ਤਾਂ ਸਿਰ ਵੱਢਣ ਲੱਗ ਪਏ ਨੇ। ਸ਼ਰਧਾ ਪੰਜਾਂ ਪਿਆਰਿਆਂ ਦੇ ਰੂਪ ਚ ਸਤਿਗੁਰਾਂ ਦੇ ਸਨਮੁਖ ਖੜੀ ਹੈ। ਮਹਾਰਾਜ ਇਹ ਸਿਰ ਆਪ ਜੀ ਦੇ ਨੇ, ਆਪ ਜੀ ਕਿਰਪਾ ਕਰਕੇ ਪ੍ਰਵਾਨ ਕਰੋ। ਸਿੱਖ ਕੋਲੋਂ ਗੁਰੂ ਨੂੰ ਇੱਕੋ ਗੁਣ ਚਾਹੀਦਾ ਹੈ, ਉਹ ਹੈ ਸ਼ਰਧਾ। ਇਸ ਇੱਕ ਗੁਣ ਦੇ ਬਦਲੇ ਗੁਰੂ ਨੇ ਬੇਅੰਤ ਗੁਣ ਆਪਣੇ ਸਿੱਖ ਨੂੰ ਬਖਸ਼ ਦੇਣੇ। ਗੁਰੂ ਨੂੰ ਸਿੱਖ ਨੇ ਇੱਕੋ ਗੁਣ ਭੇਟਾ ਕਰਨਾ, ਕਿਉਂਕਿ ਕਰ ਸਾਂਝੀ ਹਰ ਗੁਣ ਗਾਵਾਂ। ਗੁਰੂ ਨਾਲ ਸਾਂਝ ਪਾ ਕੇ, ਸਿੱਖ ਦੀ ਸਾਂਝ ਕਿਵੇਂ ਪੈਂਦੀ ਹੈ ਗੁਰੂ ਨਾਲ? ਸਾਡੇ ਕੋਲ ਕਿਹੜਾ ਗੁਣ ਹੈ ਜਿਹੜਾ ਅਸੀਂ ਗੁਰੂ ਸਾਹਿਬ ਜੀ ਦੇ ਨਾਲ ਸਾਂਝ ਪਾਈਏ? ਇੱਕੋ ਇੱਕ ਗੁਣ ਹੈ ਗੁਰੂ ਕੇ ਸਿੱਖ ਵਿੱਚ, ਉਹ ਹੈ ਸ਼ਰਧਾ। ਸ਼ਰਧਾ ਦੇ ਬਦਲੇ ਚ ਗੁਰਦੇਵ ਨੇ ਆਪਣੇ ਸਿੱਖ ਨੂੰ ਸਬਰ ਵੀ ਦੇ ਦੇਣਾ, ਦਇਆ ਵੀ ਦੇ ਦੇਣੀ ਹੈ, ਧਰਮ ਵੀ ਬਖਸ਼ ਦੇਣਾ, ਬੇਅੰਤ ਦਾਤਾਂ ਦੇ ਕੇ ਨਿਭਾ ਕੇ ਦੇਣਾ ਹੈ। ਪਾਤਸ਼ਾਹ ਇੱਥੇ ਫਰਮਾਨ ਕਰ ਰਹੇ ਨੇ, ਕਾਜੀ ਨੂੰ ਕਹਿ ਰਹੇ ਨੇ, ਬਾਦਸ਼ਾਹ ਨੂੰ ਕਹਿ ਰਹੇ ਨੇ, ਪੀਰ ਨਿਜ਼ਾਮੁਦੀਨ ਨੂੰ ਕਹਿ ਰਹੇ ਨੇ, ਪੀਰ ਜੀ ਮਨ ਵਿੱਚ ਅਟੁੱਟ ਸ਼ਰਧਾ ਰੱਖਣੀ ਆਪਣੇ ਮਾਲਕ ਤੇ, ਔਰ ਸ਼ਰਧਾ ਤੇ ਵਿਸ਼ਵਾਸ ਕਾ ਆਪਣੇ ਹਿਰਦੇ ਚ ਰੱਖਣਾ ਹੈ। ਗਤ ਪ੍ਰਾਪਤ ਹੋਵੇ ਤੁਮੈ ਇਸ ਵਿਦ ਕਿਰਤ ਕਮਾਏ। ਜਦੋਂ ਵਿਸ਼ਵਾਸ ਰੱਖੋਗੇ, ਸ਼ਰਧਾ ਰੱਖ ਕੇ ਧਰਮ ਦੀ ਕਿਰਤ ਕਰੋਗੇ, ਇਹ ਭਲੇ ਕਰਮ ਕਰੋਗੇ, ਤਾਂ ਤੁਹਾਨੂੰ ਗਤ ਦੀ ਮੁਕਤੀ ਦੀ ਕਲਿਆਣ ਦੀ ਪ੍ਰਾਪਤੀ ਹੋਵੇਗੀ। ਜਾ ਕਹਿ ਰਿਹਾ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਉਹਦੇ ਅੰਦਰ ਤਤਵ ਗਿਆਨ ਪ੍ਰਗਟ ਹੋ ਜਾਂਦਾ ਹੈ, ਉਹ ਮੁਕਤੀ ਦਾ ਅਧਿਕਾਰੀ ਹੋ ਜਾਵੇਗਾ। ਚੌਪਈ ਅਸ ਉਪਦੇਸ਼ ਦੀਨ ਤਿਨ ਨੀਕਾ। ਇਹ ਪਾਵਨ ਪਵਿੱਤਰ ਉਪਦੇਸ਼, ਭਲਾ ਉਪਦੇਸ਼ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਇਹਨਾਂ ਨੂੰ ਬਖਸ਼ਿਸ਼ ਕੀਤਾ। ਕਰ ਸੰਤੋਖ ਤਹਾਂ ਸਭ ਹੀ ਕਾ। ਔਰ ਪਾਤਸ਼ਾਹ ਨੇ ਸਭ ਨੂੰ ਸੰਤੋਖ ਬਖਸ਼ਿਆ ਹਿਰਦੇ ਦਾ। ਬਿਦਾ ਭਏ ਤਿਨ ਤੇ ਬਰ ਆਈ। ਹੁਣ ਇਹ ਜਾਣ ਨਹੀਂ ਦਿੰਦੇ, ਸਤਿਗੁਰਾਂ ਨੂੰ ਕਹਿੰਦੇ ਮਹਾਰਾਜ ਇੱਥੇ ਹੀ ਠਹਿਰੋ। ਪਾਤਸ਼ਾਹ ਇਹਨਾਂ ਤੋਂ ਬਰਿਆਈ ਵਿਦਾ ਹੋਏ। ਗਮਨ ਕੀਨ ਮਾਰਗ ਜਗ ਸਾਈ। ਜਗਤ ਦੇ ਸਾਈਂ ਸਤਿਗੁਰੂ ਜੀ ਦਿੱਲੀ ਤੋਂ ਚੱਲੇ ਹਨ। ਕੀਨ ਮਨੋਰਥ ਮਨ ਮਰਦਾਨੇ। ਤੇ ਜਿਵੇਂ, ਕਿਉਂਕਿ ਭਾਈ ਮਰਦਾਨਾ ਜੀ ਜਿਹੜੇ ਸੰਸਾਰੀ ਲੋਕਾਂ ਦੀ ਬਿਰਤੀ ਹੈ, ਸਾਡੇ ਵਰਗਿਆਂ ਦੀ, ਉਹ ਬਿਰਤੀ ਭਾਈ ਮਰਦਾਨੇ ਚ ਸਤਿਗੁਰੂ ਜੀ ਆਪ ਪੈਦਾ ਕਰਦੇ, ਤਾਂ ਜੋ ਸਾਨੂੰ ਸਾਰਿਆਂ ਨੂੰ ਸੋਝੀ ਦੇ ਸਕਣ, ਸਮਝ ਸਾਨੂੰ ਦੇਣੀ ਸੀ। ਇੱਥੇ ਭਾਈ ਮਰਦਾਨਾ ਜੀ ਦੀ ਬੰਦਗੀ ਤੇ ਉਹਨਾਂ ਦੀ ਕਲਾ ਤੇ ਕਿਸੇ ਪ੍ਰਕਾਰ ਦਾ ਕਟਾਕਸ਼ ਨਹੀਂ, ਉਹ ਪੂਰਨ ਨੇ। ਪਰ ਜੇ ਇਦਾਂ ਦੀ ਖੇਡ ਕੋਈ ਵਰਤਾਉਂਦੇ ਆ ਸਤਿਗੁਰੂ ਜੀ ਤੇ ਸਾਡੇ ਭਲੇ ਵਾਸਤੇ, ਕਿਸੇ ਜੀਵ ਦਾ ਭਲਾ ਕਰਨਾ, ਤਾਂ ਸਤਿਗੁਰੂ ਜੀ ਖੇਡ ਵਰਤਾਉਂਦੇ। ਤੁਰੇ ਜਾਂਦੇ ਤੇ ਮਰਦਾਨੇ ਦੇ ਮਨ ਚ ਮਹਾਰਾਜ ਜੀ ਨੇ ਸੰਕਲਪ ਪੈਦਾ ਕੀਤਾ, ਕਿਉਂਕਿ ਪ੍ਰੇਰਕ ਤਾਂ ਸਤਿਗੁਰੂ ਹੀ ਨੇ ਨਾ। ਜਿਹੋ ਜੀ ਪ੍ਰੇਰਨਾ ਕਿਸੇ ਦੇ ਮਨ ਚ ਫੁਰਨੇ ਦੀ ਕਰਦੇ, ਉਹਦੇ ਉਦੋਂ ਜਿਹਾ ਫੁਰਨਾ ਪੈਦਾ ਹੋ ਜਾਂਦਾ। ਮਰਦਾਨਾ ਜੀ ਦੇ ਮਨ ਵਿੱਚ ਏਦਾਂ ਫੁਰਨਾ ਆ ਗਿਆ। ਮਮ ਮਨਤਾ ਕਿਮ ਹੋਏ ਮਹਾਨੇ। ਸੋਚਿਆ, ਕਹਿੰਦੇ ਗੁਰੂ ਨਾਨਕ ਸਾਹਿਬ ਦੀ ਬੜੀ ਪੂਜਾ ਤੇ ਮਾਨਤਾ ਹੁੰਦੀ ਹੈ, ਤੇ ਮੇਰੀ ਵੀ ਮਨਤਾ ਹੋ ਸਕਦੀ ਹੈ। ਸੋਚਦੇ ਵੀ ਮੇਰੀ ਵੀ ਪੂਜਾ ਹੋਵੇਗੀ ਕਦੇ ਕਿਤੇ, ਕਿਤੇ ਮੇਰੀ ਵੀ ਮਨਤਾ ਹੋਵੇਗੀ, ਕਦੇ ਮੇਰੀ ਵੀ ਵਡਿਆਈ ਹੋਵੇਗੀ। ਇਉਂ ਭਾਈ ਮਰਦਾਨੇ ਦੇ ਮਨ 'ਚ ਫੁਰਨਾ ਆ ਗਿਆ, ਮੁਝ ਕੋ ਬੰਦ ਹੈ ਸਭ ਨਰ ਨਾਰੀ। ਕਿ ਕਦੇ ਇਹੋ ਜਿਹਾ ਸਮਾਂ ਮੇਰੇ ਤੇ ਵੀ ਆਵੇਗਾ ਕਿ ਲੋਕ ਮੈਨੂੰ ਮੱਥਾ ਟੇਕਣ, ਮੇਰੇ ਪੈਰਾਂ ਵਿੱਚ ਆ ਕੇ ਬੰਦਨਾ ਕਰਨ, ਭੇਟਾਵਾਂ ਅਰਪਣ ਕਰਨ। ਭੇਟਾ ਉੱਤਮ ਤਰਹਿ ਅਗਾਰੀ। ਉੱਤਮ ਉੱਤਮ ਵਸਤੂਆਂ, ਜਿਹੜੀਆਂ ਚੰਗੀਆਂ ਚੰਗੀਆਂ ਭੇਟਾਵਾਂ ਨੇ, ਉਹ ਲਿਆ ਕੇ ਮੇਰੇ ਅੱਗੇ ਅਰਪਣ ਕਰਨ। ਅੰਤਰਯਾਮੀ ਉਰ ਕੀ ਜਾਨੀ। ਹੁਣ ਅੰਤਰਯਾਮੀ ਸਤਿਗੁਰਾਂ ਕੋਲੋਂ ਕੀ ਲੁਕਿਆ ਸੀ? ਭਾਈ ਮਰਦਾਨੇ ਦੇ ਮਨ ਦੀ ਮਹਾਰਾਜ ਜੀ ਝੱਟ ਬੁੱਝ ਗਏ। ਮਰਦਾਨਾ ਜੀ ਨੇ ਸੋਚਿਆ ਹੀ ਸੀ ਮਨ 'ਚ, ਅੰਤਰਯਾਮੀ ਸਤਿਗੁਰੂ ਜੀ ਝੱਟ ਬੁੱਝ ਗਏ, ਜਾਣ ਗਏ। ਮੁਸਕਤ ਮੰਦ ਕਹੀ ਮ੍ਰਿਦ ਬਾਣੀ। ਮਹਾਰਾਜ ਜੀ ਮੁਸਕਰਾ ਪਏ ਤੇ ਮੁਸਕਰਾ ਕੇ ਸਹਿਜੇ ਜੇ ਬੋਲੇ, ਹਿਰਦੇ ਵਿਚਾਰਤ ਜੋ ਤੁਮ ਆਵੋ। ਮਹਾਰਾਜ ਕਹਿੰਦੇ ਮਰਦਾਨਿਆ, ਜੋ ਤੂੰ ਸੋਚਦਾ ਉਹਨਾਂ ਮਨ 'ਚ,
ਜੋ ਤੂੰ ਆਪਣੇ ਮਨ 'ਚ ਵਿਚਾਰ ਕਰਦਾ ਹੋਣਾ। ਅਗਰਜਪੁਰ ਮਨ ਭਾਵਤ ਭਾਵੋ। ਆ ਅੱਗੇ ਨਗਰ ਆਉਂਦਾ, ਉਸ ਨਗਰ ਵਿੱਚ ਜੋ ਤੂੰ ਸੋਚਿਆ ਹੋ ਜਾਏਗਾ। ਪਾਤਸ਼ਾਹ ਕਹਿੰਦੇ ਜੋ ਤੂੰ ਮਨ 'ਚ ਸੋਚਿਆ, ਅਗਲਾ ਪਿੰਡ ਆਉਂਦਾ, ਅੱਗੇ ਇੱਕ ਨਗਰ ਹੈ ਬੜਾ ਵੱਡਾ, ਉਸ ਨਗਰ ਵਿੱਚ ਜੋ ਤੂੰ ਸੋਚਿਆ ਹੋ ਜਾਏਗਾ, ਜਿਵੇਂ ਤੂੰ ਮਨ 'ਚ ਸੋਚਦਾ। ਇਹ ਸਭ ਕੂਰ ਕਾਜ ਨਹਿ ਸਰਈ। ਤੇ ਨਾਲੇ ਮਰਦਾਨਿਆ ਇਹ ਸਭ ਕੁਝ ਝੂਠ ਹੈ। ਜੋ ਤੂੰ ਸੋਚੀ ਬੈਠਾ ਨਾ, ਹੋ ਤਾਂ ਜਾਏਗਾ, ਪਰ ਇਹ ਸਭ ਕੁਝ ਝੂਠ ਹੈ। ਇਹ ਕੰਮ ਨਹੀਂ ਆਉਂਦਾ ਪਰਮਾਰਥ ਦੇ ਰਸਤੇ 'ਚ। ਲੋਕਨ ਕੀ ਚਤੁਰਾਈ ਉਪਮਾ ਤੇ ਬੈ ਸੰਤਰ ਜਾਰ। ਕੋਈ ਭਲਾ ਕਹੈ ਭਾਵੇਂ ਬੁਰਾ ਕਹੈ, ਹਮ ਤਨ ਦਿਓ ਹੈ ਧਾਰ। ਆ ਦੁਨੀਆ ਦੀਆਂ ਕੀਤੀਆਂ ਚਤਰਾਈ ਨਾਲ ਵਡਿਆਈਆਂ, ਇਹ ਅੱਗ ਦੇ ਵਿੱਚ ਸਾੜਦੀਆਂ ਪੈਂਦੀਆਂ ਨੇ। ਇਹ ਰੁਕਾਵਟ ਹੈ ਪਰਮਾਰਥ ਦੇ ਰਸਤੇ ਵਿੱਚ। ਇਹ ਜਿਹੜੀ ਵਾਹਵਾ ਵਾਹਵਾ ਹੈ ਨਾ ਮਰਦਾਨਿਆ, ਇਹ ਝੂਠੀ ਹੈ। ਦੁਨੀਆ ਝੂਠੀ, ਇਹਨਾਂ ਵੱਲੋਂ ਕੀਤੀ ਵਾਹਵਾ ਵੀ ਝੂਠੀ ਹੈ। ਇਹ ਪਰਮਾਰਥ ਦੇ ਵਿੱਚ ਕੰਮ ਨਹੀਂ ਆਉਂਦੀ, ਸਗੋਂ ਪਰਮਾਰਥ ਵਿੱਚ ਤਾਂ ਅੜਚਣ ਬਣ। ਸਿੱਖ ਸਾਖਾ ਬਹੁਤੇ ਕੀਏ, ਕੇਸੋ ਕੀਓ ਨਾ ਮੀਤ। ਕਹਿੰਦੇ ਜਦੋਂ ਇਹਨਾਂ ਵਿੱਚ ਉਲਝ ਜਾਵੇ ਬੰਦਾ, ਵੀ ਸਿੱਖੀ ਸੇਵਕੀ ਬਣਾਈਏ ਆਪਣੀ, ਚੇਲੇ ਚਾਟੜੇ ਬਣਾਈਏ, ਸੱਜੇ ਖੱਬੇ ਲੋਕ ਮੇਰੀ ਵਡਿਆਈ ਕਰਨ, ਸਿਫਤ ਕਰਨ, ਬੰਦਾ ਇਹਨਾਂ ਵਿੱਚ ਹੀ ਉਲਝ ਕੇ ਰਹਿ ਜਾਂਦਾ ਹੈ। ਜਿੱਧਰ ਜਾਣਾ ਸੀ ਉਸ ਰਸਤੇ ਤੋਂ ਖੁੰਝ ਜਾਂਦਾ। ਮਹਾਰਾਜ ਜੀ ਕਹਿੰਦੇ ਮਰਦਾਨਿਆ ਜੋ ਤੂੰ ਸੋਚਿਆ ਅਗਲੇ ਪਿੰਡ ਪੂਰਾ ਹੋ ਜਾਏਗਾ ਉਹ, ਪਰ ਨਾਲੇ ਇਹ ਗੱਲ ਚੇਤੇ ਰੱਖੀ ਵੀ ਇਹ ਸਭ ਕੁਝ ਝੂਠ ਹੈ। ਇਹ ਸਭ ਕੁਝ ਝੂਠ ਹੈ। ਨਾਲ ਪਾਤਸ਼ਾਹ ਵੀ ਦੱਸਦੇ ਹਨ, ਮੁਕਤ ਪੰਥ ਤੇ ਵਰਜਨ ਕਰਈ। ਇਹ ਜਿਹੜੀ ਵਡਿਆਈ ਹੈ ਨਾ ਸੰਸਾਰ ਦੀ ਮਰਦਾਨਿਆ, ਇਹ ਮੁਕਤੀ ਦੇ ਰਸਤੇ ਤੋਂ ਵਰਜ ਦਿੰਦੀ ਹੈ। ਮੁਕਤੀ ਤੇ ਰਾਹ ਤੇ ਟੁਰੇ ਜਾਂਦੇ ਨੂੰ ਰੋਕ ਲੈਂਦੀ ਹੈ। ਵਡਿਆਈ ਤਖਤਾ ਬਣ ਕੇ ਖਲੋ ਜਾਂਦੀ ਹੈ। ਚਹਿਤ ਰਹਿ ਜਗ ਮਹਿ ਵਡਿਆਈ। ਜਿਹੜੇ ਲੋਕ ਸੰਸਾਰ ਦੇ ਵਿੱਚ ਵਡਿਆਈ ਚਾਹੁੰਦੇ ਆ ਵੀ ਸਾਡੀ ਸੋਭਾ ਹੋਵੇ, ਸਾਡੀ ਵਡਿਆਈ ਹੋਵੇ, ਅਲਪ ਕਾਲ ਜਿਸ ਬੀਚ ਰਹਾਈ। ਇਹ ਵਡਿਆਈ ਕਾਹਦੀ? ਜੇ ਸੰਸਾਰ ਵਿੱਚ ਥੋੜੇ ਸਮੇਂ ਲਈ ਰਹਿਣਾ। ਕਿੰਨੇ ਕੁ ਉਮਰ ਹੈ ਮਰਦਾਨਿਆਂ? ਕਿੰਨਾ ਕੁ ਚਿਰ ਰਹਿਣਾ ਇਹ ਸੰਸਾਰ ਵਿੱਚ? ਇਹ ਸੰਸਾਰ ਦੇ ਵਿੱਚ ਜੇ ਰਹਿਣਾ ਹੀ ਥੋੜੇ ਸਮੇਂ ਲਈ, ਤੇ ਥੋੜੇ ਸਮੇਂ ਦੀ ਵਡਿਆਈ ਦੀ ਕੀ ਕਾਂਖਾ ਰੱਖਣੀ? ਜਹ ਜਾਵਨ ਲਹਿ ਨੋ ਸੁਖ ਭਾਰੀ। ਮਰਦਾਨਿਆ ਇਹ ਸੰਸਾਰ ਛੱਡ ਕੇ ਜਿੱਥੇ ਜਾਣਾ, ਜਿੱਥੇ ਭਾਰੀ ਸੁੱਖ ਦੀ ਪ੍ਰਾਪਤੀ ਕਰਨੀ ਹੈ, ਤਹਿ ਕੀ ਗਤ ਨਹਿ ਕਰਹਿ ਵਿਚਾਰੀ। ਬੰਦਾ ਉਹਦੇ ਬਾਰੇ ਨਹੀਂ ਸੋਚਦਾ, ਉਹਦੇ ਬਾਰੇ ਨਹੀਂ ਚੇਤੇ ਰੱਖਦਾ ਜਿੱਥੇ ਚਿਰੰਕਾਲ ਤੱਕ ਰਹਿਣਾ। ਜਿੱਥੇ ਥੋੜੇ ਸਮੇਂ ਲਈ ਰਹਿਣਾ ਉਹਦੀ ਵਡਿਆਈ ਦੀ ਕਾਂਖਾ ਰੱਖਦਾ। ਅੱਗੇ ਭਾਵੇਂ ਨਿਰੰਕਾਰ ਦੀ ਦਰਗਾਹ 'ਚ ਧੱਕੇ ਹੀ ਖਾਣੇ ਪੈਣ। ਉੱਥੇ ਜਦੋਂ ਇੱਥੇ ਕਰਤੂਤਾਂ ਮਾੜੀਆਂ ਨੇ, ਫਿਰ ਉੱਥੇ ਕਿੱਥੇ ਵਡਿਆਈ ਹੋਣੀ? ਪਾਤਸ਼ਾਹ ਕਹਿੰਦੇ ਨਿਰੰਕਾਰ ਦੇ ਘਰ ਵਿੱਚ ਜਿੱਥੇ ਸदैवी ਸੁੱਖ ਹੈ, ਉਹਦੀ ਕਾਂਖਾ ਨਹੀਂ ਬੰਦਾ ਆਪਣੇ ਮਨ 'ਚ ਰੱਖਦਾ। ਦੁਨੀਆਦਾਰੀ ਦੀ ਝੂਠੀ ਵਡਿਆਈ ਦੀ ਕਾਂਖਾ ਹਿਰਦੇ 'ਚ ਰੱਖਦਾ। ਮਾਨਹੀਨ ਰਹਿ ਜਗ ਮੈਂ ਜੋਈ। ਏਦਾਂ ਦੇ ਲੋਕ ਇਹ ਸੰਸਾਰ ਦੇ ਵਿੱਚ ਮਾਨਹੀਣ ਹੀ ਰਹਿੰਦੇ ਹਨ। ਚਾਹੇ ਮਾਨ ਪਰਲੋਕ ਕਹਿ ਸੋਈ। ਮਹਾਰਾਜ ਜੀ ਕਹਿੰਦੇ ਜਿਹੜਾ ਪਰਲੋਕ ਦੇ ਵਿੱਚ ਮਾਣ ਚਾਹੁੰਦਾ ਨਾ, ਉਹ ਦੁਨੀਆ ਦੀ ਮਾਣ ਵਡਿਆਈ ਦੀ ਕਾਂਖਾ ਨਹੀਂ ਰੱਖਦਾ। ਉਹ ਕਹਿੰਦਾ ਇਹ ਵਡਿਆਈ ਮੇਰੇ ਕਿਹੜੇ ਕੰਮ ਦੀ? ਜਿਹੜੇ ਮੂੰਹ ਨਾਲ ਉਪਮਾ ਕਰਦੇ ਨੇ ਉਸੇ ਨਾਲ ਇਹਨਾਂ ਨੇ ਨਿੰਦਾ ਵੀ ਕਰਨੀ ਹੈ। ਕੋਈ ਚੰਗਾ ਗੁਣ ਵੇਖ ਲੈਣਗੇ, ਉਪਮਾ ਕਰ ਲੈਣਗੇ, ਜਦੋਂ ਕਿਤੇ ਔਗਣ ਤੱਕ ਲਿਆ ਤੇ ਨਿੰਦਾ ਕਰ ਲੈਣਗੇ। ਫਿਰ ਹੁਣ ਇਹਨਾਂ ਦੀ ਉਪਮਾ ਨਿੰਦਾ ਸੁਣ ਕੇ ਇਹਨਾਂ ਦੇ ਉਲਝੇਵੇਂ 'ਚ ਉਲਝੇ ਰਹੀਏ, ਸਾਡਾ ਕੰਮ ਨਹੀਂ। ਸਾਡਾ ਮਕਸਦ ਆ ਸਿੱਧੇ ਚੱਲ ਕੇ ਜਾਣਾ। ਹਾਥੀ ਕਦੇ ਵੇਖਿਆ ਆਪ ਜੀ ਨੇ? ਹਿੰਦੁਸਤਾਨ ਦੀ ਧਰਤੀ ਤੇ ਹਾਥੀ ਸਭ ਤੋਂ ਵਿਸ਼ਾਲ ਕਾਇਆ, ਤੇ ਪੂਜਾ ਹਾਥੀ ਦੀ ਵੱਧ ਹੁੰਦੀ। ਉਹਨੂੰ ਗਣੇਸ਼ ਦਾ ਵਾਚਕ ਮੰਨਦੇ ਆ। ਗਣੇਸ਼ ਮੰਗਲ ਦੀ ਮੂਰਤੀ ਮੰਨਣ ਕਰਕੇ ਹਾਥੀ ਜਦੋਂ ਬਾਜ਼ਾਰਾਂ ਵਿੱਚੋਂ ਲੰਘਦਾ ਤੇ ਲੋਕ ਮੱਥਾ ਟੇਕਦੇ ਆ ਉਹਨੂੰ। ਸਿੱਖ ਨਹੀਂ, ਆਮ ਲੋਕਾਂ ਦੀ ਗੱਲ ਕਰਦਾ। ਸਿੱਖ ਤਾਂ ਗੁਰੂ ਤੋਂ ਬਿਨਾਂ ਨਹੀਂ ਝੁਕਦਾ ਕਿਸੇ ਅੱਗੇ। ਉਹ ਹਾਥੀ ਦੀ ਪੂਜਾ ਸਭ ਤੋਂ ਵੱਧ ਹੁੰਦੀ। ਪਰ ਇੱਕੋ ਇੱਕ ਜਾਨਵਰ ਹੈ ਹਾਥੀ ਐਸਾ ਕਿ ਸਭ ਤੋਂ ਵੱਧ ਕੁੱਤੇ ਵੀ ਉਹਨੂੰ ਹੀ ਪੈਂਦੇ ਤੇ ਭੌਂਕਦੇ ਉਹਦੇ ਪਿੱਛੇ ਪਿੱਛੇ ਚੱਲ ਕੇ। ਇੱਕੋ ਇੱਕ ਜਾਨਵਰ। ਪਰ ਹਾਥੀ
ਜਾਨਵਰ ਹੈ, ਪਸ਼ੂ ਹੈ, ਕੋਈ ਮੱਥਾ ਟੇਕਦਾ ਤਾਂ ਉਹਨੂੰ ਮਨ 'ਚ ਇਹ ਨਹੀਂ ਵੀ ਮੈਨੂੰ ਕੋਈ ਮੱਥਾ ਟੇਕਦਾ। ਜੇ ਕੁੱਤੇ ਭੌਂਕ ਰਹੇ ਹੋਣ ਤੇ ਉਹ ਆਪਣੀ ਹਾਥੀ ਜਿਹੜੀ ਚਾਲ ਹੈ ਬੜੀ ਸੋਹਣੀ ਮਸਤ ਮਸਤ, ਉਹ ਬਦਲਦਾ ਨਹੀਂ ਹੈ, ਉਹਨੂੰ ਤਬਦੀਲ ਨਹੀਂ ਕਰਦਾ, ਉਹ ਉਸੇ ਤਰ੍ਹਾਂ ਹੀ ਚੱਲਦਾ, ਕਾਹਲਾ ਨਹੀਂ ਪੈਂਦਾ। ਇਉਂ ਸਮਝ ਲਓ ਵੀ ਰੱਬ ਦੇ ਪਿਆਰਿਆਂ ਦੀ ਅਵਸਥਾ ਕੁਝ ਐਸੀ, ਕੋਈ ਉਪਮਾ ਕਰ ਜਾਏ ਤਾਂ ਉਹਨਾਂ ਨੂੰ ਇਹ ਨਹੀਂ ਵੀ ਮੇਰੀ ਉਪਮਾ ਪਿਆ ਕਰਦਾ, ਕੋਈ ਨਿੰਦਾ ਕਰੇ, ਅਪਮਾਨ ਕਰੇ ਤਾਂ ਵੀ ਉਸੇ ਤਰ੍ਹਾਂ ਉਹ ਆਪਣੇ ਆਨੰਦ 'ਚ ਹੀ ਰਹਿੰਦੇ ਹੈ। ਜੇ ਲੋਕ ਸਲਾਹੇ ਤਾਂ ਤੇਰੀ ਉਪਮਾ, ਜੇ ਨਿੰਦਾ ਤਾਂ ਛੋੜ ਨਾ ਜਾਈ। ਉਹ ਕਹਿੰਦੇ ਵਾਹਿਗੁਰੂ ਜੇ ਵਡਿਆਈ ਕਰਨ ਮੇਰੀ ਤਾਂ ਤੇਰੀ ਉਪਮਾ, ਮੈਂ ਸਮਝਣਾ ਤੇਰੀ ਵਡਿਆਈ ਹੈ, ਮੈਨੂੰ ਕੌਣ ਜਾਣਦਾ ਹੈ। ਤੇ ਜੇ ਨਿੰਦਾ ਕਰਨ ਤੇ ਮੈਂ ਛੱਡ ਕੇ ਥੋੜੀ ਚਲਿਆ ਜਾਣਾ। ਜੈਸੀ ਇਹਨਾਂ ਦੀ ਉਪਮਾ ਵੈਸੀ ਇਹਨਾਂ ਦੀ ਨਿੰਦਾ। ਮਰਦਾਨਿਆਂ ਜਿਹੜੇ ਸੰਸਾਰ ਵਿੱਚ ਇਸ ਤਰ੍ਹਾਂ ਰਹਿੰਦੇ ਆ ਨਾ ਮਾਣ ਰਹਿਤ ਹੋ ਕੇ, ਉਹ ਅੱਗੇ ਅਕਾਲ ਪੁਰਖ ਦੀ ਦਰਗਾਹ ਵਿੱਚ ਮਾਣ ਪਾਉਂਦੇ ਹਨ। ਸੁਣ ਕੇ ਸकुच ਕਹਿਓ ਮਰਦਾਨੇ। ਮਹਾਰਾਜ ਜੀ ਦੇ ਬਚਨ ਜਦੋਂ ਭਾਈ ਮਰਦਾਨੇ ਨੇ ਸੁਣੇ ਤੇ ਥੋੜਾ ਜਿਹਾ ਸੁਕਚਾਏ ਵੀ, ਮਨ 'ਚ ਸੋਚਿਆ ਵੀ ਮੈਂ ਜੋ ਫੁਰਨਾ ਕੀਤਾ ਜਾਣੀ ਜਾਣ ਗਏ ਨੇ। ਮਨ 'ਚ ਥੋੜਾ ਜਿਹਾ ਸੁਕਚਾ ਕੇ ਬੋਲੇ, ਹੋਇ ਕਰੁਣਾ ਤੁਮ ਤਬ ਅਸ ਜਾਣੇ। ਕਹਿਣ ਲੱਗੇ ਮਹਾਰਾਜ ਜੇ ਤੁਹਾਡੀ ਕਿਰਪਾ ਹੋਵੇ ਤਾਂ ਹੀ ਐਸਾ ਜਾਣਿਆ ਜਾਂਦਾ, ਉਦਾਂ ਜਾਣਿਆ ਵੀ ਨਹੀਂ ਜਾਂਦਾ। ਮਹਾਰਾਜ ਮਰਦਾਨਾ ਕਹਿੰਦਾ ਮਹਾਰਾਜ ਤੁਹਾਡੀ ਕਿਰਪਾ ਹੋਵੇ ਤਾਂ ਐਸਾ ਜਾਣਿਆ ਜਾਂਦਾ ਜਿਹੋ ਜਿਹਾ ਤੁਸੀਂ ਜਣਾਉਂਦੇ ਹੋ। ਕਰਤ ਬਾਤ ਤਹਿ ਪੁਰ ਨੀਰਾਇਆ। ਇਹ ਗੱਲਾਂ ਬਾਤਾਂ ਕਰਦਿਆਂ ਕਰਦਿਆਂ ਅੱਗੇ ਨਗਰ ਆ ਗਿਆ। ਪ੍ਰਭ ਬੈਠੇ ਬਿਖ ਇੱਕ ਦਰ ਛਾਇਆ। ਮਹਾਰਾਜ ਜੀ ਇੱਕ ਦਰਖਤ ਦੀ ਛਾਂ ਥੱਲੇ ਆਣ ਕੇ ਬੈਠ ਗਏ। ਦਈ ਨਿਦੇਸ਼ ਜਾਹੋ ਮਰਦਾਨੇ। ਮਹਾਰਾਜ ਜੀ ਕਹਿੰਦੇ ਮਰਦਾਨਿਆਂ ਵੀ ਅੱਗੇ ਕੋਈ ਨਗਰ ਆਉਂਦਾ ਹੁੰਦਾ, ਕਹਿੰਦਾ ਮਹਾਰਾਜ ਨਗਰ 'ਚ ਜਾਵਾਂ, ਅੱਜ ਪੁੱਛਿਆ ਨਹੀਂ ਤੂੰ, ਅੱਜ ਅਸੀਂ ਕਹਿੰਦੇ ਆ ਵੀ ਜਾ ਚਲਾ ਜਾ। ਪਾਤਸ਼ਾਹ ਕਹਿੰਦੇ ਨਗਰ ਆ ਗਿਆ ਨੇੜੇ ਤੇ ਜਾ ਨਗਰ ਦੇ ਵਿੱਚ ਜਾ ਕੇ ਵੇਖ ਆ ਫਿਰ ਕੇ। ਨਗਰ ਬਿਲੋਕ ਹੋਇਆ ਮਨ ਭਾਨੇ। ਤੇ ਜਾ ਵੇਖ ਨਗਰ ਤੇ ਜੋ ਤੂੰ ਮਨ 'ਚ ਪਾਉਣਾ ਉਹ ਹੋਵੇਗਾ। ਅੱਜ ਜੋ ਤੂੰ ਅੱਜ ਸੋਚਿਆ ਨਾ ਮਨ 'ਚ ਉਹ ਹੋਵੇਗਾ ਅੱਜ ਨਗਰ ਵਿੱਚ। ਮਰਦਾਨਿਆਂ ਸਤਿਗੁਰਾਂ ਨੇ ਨਹੀਂ ਦੱਸਿਆ ਵੀ ਤੂੰ ਕੀ ਸੋਚਿਆ, ਉਹ ਮਰਦਾਨੇ ਨੂੰ ਪਤਾ ਵੀ ਮੈਂ ਕੀ ਸੋਚਿਆ। ਪਾਤਸ਼ਾਹ ਕਹਿੰਦੇ ਜੋ ਤੈਂ ਸੋਚਿਆ ਜੋ ਨਗਰ ਵਿੱਚ ਹੋਵੇਗਾ ਮਰਦਾਨਿਆਂ, ਤੇਰਾ ਮਨ ਭਾਉਂਦਾ ਹੋਵੇਗਾ। ਜਾ ਨਗਰ ਵਿੱਚ ਜਾ ਕੇ ਵੇਖ ਲੈ, ਨਗਰ ਵਿੱਚ ਫਿਰ ਕੇ। ਜਾਏ ਨਾ ਬਹੁਰ ਪਠਿਓ ਬਰਿਆਈ। ਮਰਦਾਨੇ ਨੂੰ ਪਤਾ ਸੀ ਵੀ ਸਤਿਗੁਰੂ ਜੀ ਕਿਉਂ ਭੇਜਦੇ ਆ। ਮਰਦਾਨਾ ਕਹਿੰਦਾ ਨਹੀਂ ਮਹਾਰਾਜ, ਨਹੀਂ ਮੈਂ ਨਹੀਂ ਜਾਂਦਾ ਮਹਾਰਾਜ, ਠੀਕ ਆ ਇੱਥੇ ਸਮਝ ਗਿਆ ਮੈਂ ਜੋ ਆਪ ਜੀ ਨੇ ਸਮਝਾਇਆ। ਮਹਾਰਾਜ ਜੀ ਕਹਿੰਦੇ ਨਹੀਂ ਮਰਦਾਨਿਆਂ ਵੀ ਹੁਣ ਫੁਰਨਾ ਕੀਤਾ ਤੇ ਸਾਡਾ ਸੇਵਕ ਫੁਰਨਾ ਕਰੇ ਤੇ ਉਹਦਾ ਪੂਰਾ ਨਾ ਹੋਵੇ ਤਾਂ ਵੀ ਗੱਲ ਨਹੀਂ ਬਣਦੀ। ਵੀ ਜਾ ਤੂੰ ਜਾ, ਹੁਣ ਜਾਣਾ ਹੀ ਪੈਣਾ ਮਰਦਾਨਿਆ, ਏਦਾਂ ਨਹੀਂ। ਮਹਾਰਾਜ ਜੀ ਨੇ ਜਿਵੇਂ ਕਹਿੰਦੇ ਨੇ ਬਰਿਆਈ ਦਾ ਮਤਲਬ ਹੁੰਦਾ ਵੀ ਜ਼ਬਰਦਸਤੀ। ਮਹਾਰਾਜ ਜੀ ਨੇ ਮਰਦਾਨੇ ਨੂੰ ਭੇਜਿਆ। ਸ਼੍ਰੀ ਪ੍ਰਭ ਤੇ ਬਹੁਤੋ ਸकुचाई। ਭਾਈ ਮਰਦਾਨਾ ਜੀ ਮਨ 'ਚ ਡਰੀ ਜਾਂਦੇ ਵੀ ਗੁਰੂ ਸਾਹਿਬ ਨੂੰ ਪਤਾ ਲੱਗ ਗਿਆ ਸਾਰੀ ਖੇਡ ਦਾ। ਉਹ ਫਿਰ ਵੀ ਸ਼ਰਮਿੰਦਾ ਜੇ ਵੀ ਹੋਈ ਜਾਂਦੇ, ਕਿਉਂਕਿ ਮਨ 'ਚ ਸੋਚਿਆ ਸੀ ਨਾ ਵੀ ਮੇਰੀ ਨਹੀਂ ਕਦੇ ਪੂਜਾ ਹੋਈ, ਜੇ ਕਿਤੇ ਮੇਰੀ ਵੀ ਪੂਜਾ ਹੋਵੇ, ਮੇਰੇ ਪੈਰਾਂ ਵਿੱਚ ਵੀ ਲਿਆ ਕੇ ਕੋਈ ਮੱਥਾ ਟੇਕੇ, ਭੇਟਾਵਾਂ ਅਰਪਣ ਕਰੇ। ਗੁਰੂ ਸਾਹਿਬ ਨੂੰ ਵੇਖ ਕੇ ਹੀ ਆਇਆ ਸੀ ਨਾ ਇਹ ਫੁਰਨਾ। ਹੁਣ ਸੋਚੀ ਜਾਂਦੇ ਵੀ ਮੈਂ ਸਤਿਗੁਰੂ ਸੱਚੇ ਪਾਤਸ਼ਾਹ ਦੀ ਬਰੋਬਰੀ ਕਰਨ ਟੁਰਿਆ ਸਾਂ, ਵੀ ਉਹ ਤਾਂ ਪਰਮੇਸ਼ਰ ਨੇ, ਅਕਾਲ ਪੁਰਖ ਨੇ। ਤੋ ਮਨ 'ਚ ਹੁਣ ਥੋੜੀ ਜਿਹੀ ਸ਼ਰਮ ਜਿਹੀ ਆਉਂਦੀ ਹੈ। ਜਾਂਦੇ ਨਹੀਂ ਮਰਦਾਨਾ ਜੀ, ਪਰ ਸਤਿਗੁਰੂ ਜੀ ਭੇਜਦੇ ਹਨ। ਪੁਰ ਕੇ ਧਰਮ ਹੈ ਪ੍ਰਵੇਸ਼ਿਓ ਜਬ ਹੀ। ਭਾਈ ਮਰਦਾਨਾ ਜੀ ਗੁਰੂ ਸਾਹਿਬ ਤੋਂ ਫਿਰ ਵੀ ਡਰ ਕੇ, ਭੈ ਰੱਖ ਕੇ ਮਨ, ਜਦੋਂ ਸਤਿਗੁਰਾਂ ਕਿਹਾ ਜਾਣਾ ਹੀ ਪੈਣਾ ਮਰਦਾਨਿਆਂ, ਕਹਿੰਦਾ ਮਹਾਰਾਜ ਸਤ ਬਚਨ। ਭਾਈ ਮਰਦਾਨਾ ਜੀ ਜਦੋਂ ਨਗਰ ਦੇ ਦਰਵਾਜ਼ੇ 'ਚ ਪ੍ਰਵੇਸ਼ ਕੀਤਾ, ਮਾਨਵ ਦਰਸ ਕਰ ਹੈ ਤੇ ਤਬ ਹੀ। ਕਹਿੰਦੇ ਜਦੋਂ ਨਗਰ ਦੇ ਦਰਵਾਜ਼ੇ 'ਚ ਪ੍ਰਵੇਸ਼ ਹੀ ਕੀਤਾ ਤੇ ਨਗਰ ਦੇ ਜਿਹੜੇ ਲੋਕ ਸਨ, ਜਦੋਂ ਉਹਨਾਂ ਭਾਈ ਮਰਦਾਨੇ ਦੇ ਦਰਸ਼ਨ ਕੀਤੇ, ਆਨੇ ਉਪਾਇਨ ਧਰਹਿ ਅਗਾਰੀ। ਪਤਾ ਨਹੀਂ ਉਹਨਾਂ ਨੂੰ ਕੀ ਦਿਸ ਰਿਹਾ। ਉਹ ਜਿੰਨੇ ਨਗਰ ਨਿਵਾਸੀ ਨੇ ਸਭ ਭਾਈ ਮਰਦਾਨੇ ਦੇ ਚਰਨਾਂ ਤੇ ਆ ਕੇ ਭੇਟਾਵਾਂ ਅਰਪਣ ਕਰਦੇ ਤੇ ਮੱਥਾ ਟੇਕਣ ਲੱਗ ਪਏ। ਪੁੱਛਿਆ ਨਹੀਂ ਤੁਸੀਂ ਕੌਣ ਹੋ, ਕਿੱਥੋਂ ਆਏ ਹੋ। ਅੱਗੇ ਕਿਤੇ ਪਿੰਡ 'ਚ ਜਾਂਦੇ ਤੇ ਕਈ ਪੁੱਛਾਂ ਗਿੱਛਾਂ ਹੁੰਦੀਆਂ ਸੀ, ਅੱਜ ਵਡਿਆਈ ਹੋ ਰਹੀ ਹੈ।
ਕਿਉਂਕਿ ਮੇਰੇ ਸਾਹਿਬ ਦੇ ਹੱਥ 'ਚ ਵਡਿਆਈਆਂ ਹਨ। ਇੱਥੋਂ ਇਹ ਸੰਕੇਤ ਹੈ ਕਿ ਮੇਰੇ ਸਾਹਿਬ ਦੇ ਹੱਥ 'ਚ ਵਡਿਆਈਆਂ ਨੇ, ਜਿਹੜਾ ਉਹਨੂੰ ਭਾ ਜਾਵੇ ਉਹਨੂੰ ਬਖਸ਼ ਦਿੰਦਾ। ਆਪਣੀ ਤਾਕਤ ਨਾਲ ਕਿਸੇ ਨੂੰ ਵਡਿਆਈ ਨਹੀਂ ਮਿਲਦੀ। ਜੇ ਕੋਈ ਕਹੇ ਵੀ ਮੈਂ ਆਪਣੇ ਬਲ ਨਾਲ, ਆਪਣੇ ਹੁਨਰ ਨਾਲ ਵਡਿਆਈ ਲੈ ਲਵਾਂਗਾ, ਨਹੀਂ। ਜਿਹਨੂੰ ਕਰਤਾ ਪੁਰਖ ਨੇ ਬਖਸ਼ਣੀ ਹੈ ਵਡਿਆਈ ਉਹਨੂੰ ਮਿਲਣੀ। ਕਰਤੇ ਹੱਥ ਵਡਿਆਈਆਂ ਜੈ ਭਾਵੈ ਤੈਂ ਦੇ, ਜਿਹੜਾ ਉਹਨੂੰ ਭਾ ਗਿਆ ਉਹਨੂੰ ਬਖਸ਼ ਦਿੰਦਾ। ਪੁੱਛਿਆ ਨਹੀਂ ਕਿਸੇ। ਅੱਗੇ ਕਈ ਪਿੰਡਾਂ 'ਚ ਗਏ, ਕਦੇ ਕੋਈ ਕਹਿੰਦਾ ਸੀ ਉਹ ਕੁਰਾਈਏ ਦਾ ਡੂਮ ਆ ਗਿਆ, ਕਦੇ ਕੁਝ ਆਖਦਾ ਸੀ, ਕਦੇ ਕੋਈ ਮਹਿੰਡਾ ਬਣਾ ਲੈਂਦਾ ਸੀ, ਕਦੇ ਕੋਈ ਪਾ ਕੇ ਤੇਲ 'ਚ ਤਲਣ ਲੱਗ ਪੈਂਦਾ ਸੀ। ਅੱਜ ਆਏ ਨੇ ਨਗਰ ਵਿੱਚ, ਅੱਜ ਸਾਰੇ ਨਗਰ ਨਿਵਾਸੀਆਂ ਨੂੰ ਖਬਰੇ ਕੀ ਵਿਖਦਾ ਹੈ ਮਰਦਾਨੇ ਵਿੱਚ। ਸਭ ਆ ਕੇ ਪੈਰਾਂ ਤੇ ਮੱਥਾ ਟੇਕਦੇ ਭਾਈ ਮਰਦਾਨੇ ਦੇ ਚਰਨਾਂ ਦੇ ਉੱਤੇ। ਚਰਨ ਹੀ ਹਨ ਭਾਈ ਸਾਹਿਬ ਦੇ, ਪੈਰ ਤਾਂ ਸਧਾਰਨ ਬੰਦਿਆਂ ਦੇ ਹੁੰਦੇ ਹਨ। ਭਾਈ ਸਾਹਿਬ ਦੇ ਚਰਨਾਂ ਦੇ ਉੱਤੇ ਆ ਕੇ ਨਮਸਕਾਰਾਂ ਕਰਦੇ ਹਨ। ਭੋਜਨ ਹੇਤ ਨ ਗਿਰਾਇਓ ਚਾਰੀ। ਭਾਈ ਮਰਦਾਨਾ ਜੀ ਨੂੰ ਪੁੱਛਣ ਵਾਸਤੇ ਕਿਸੇ ਨੇ ਕੁਝ ਨਹੀਂ ਬੋਲੇ, ਕਿਸੇ ਨੇ ਕੋਈ ਸਵਾਲ ਨਹੀਂ ਕੀਤਾ। ਭਿਖਤ ਪਰਸ ਪਰ ਘਰ ਨਿਜ ਜਾਹੀ। ਜਿਹੜਾ ਭਾਈ ਮਰਦਾਨਾ ਜੀ ਦੇ ਦਰਸ਼ਨ ਕਰਕੇ ਆਪਣੇ ਘਰ ਜਾਂਦਾ, ਨਾਨਾ ਵਿਅੰਜਨ ਆਨਹਿ ਪਾਹੀ। ਉਹ ਘਰ ਜਾ ਕੇ ਕਈ ਤਰ੍ਹਾਂ ਦੇ ਪਦਾਰਥ ਬਣਾ ਕੇ ਲੈ ਆਉਂਦਾ। ਕਹਿੰਦਾ ਮਹਾਰਾਜ ਜੀ ਲੋ ਆ ਛਕੋ। ਕਿਸੇ ਨੂੰ ਇਹ ਵੀ ਨਹੀਂ ਪਤਾ ਵੀ ਭਾਈ ਸਾਹਿਬ ਦਾ ਨਾਂ ਕੀ ਹੈ। ਕਹਿੰਦੇ ਮਹਾਰਾਜ ਜੀ ਲੋ ਆ ਵੀ ਛਕੋ, ਆਹ ਪਦਾਰਥ ਲਿਆਏ ਆ ਤੁਹਾਡੇ ਵਾਸਤੇ ਬਣਾ ਕੇ, ਆਹ ਵਸਤੂ ਲਿਆਏ ਆ। ਭਾਈ ਸਾਹਿਬ ਹੁਣ ਛਕਣ ਵਾਸਤੇ ਤਾਂ ਤਿਆਰ ਬਰ ਤਿਆਰ ਹੀ ਸਨ। ਜਿਹੜਾ ਕੋਈ ਪਦਾਰਥ ਆਉਂਦਾ ਛਕ ਲੈਂਦੇ ਹਨ। ਰੁਚਿਰ ਸਥਲ ਬੈਠਿਓ ਮਰਦਾਨਾ। ਬੜੀ ਵਧੀਆ ਥਾਂ ਜਿਹੜੀ ਪਿੰਡ ਦੀ ਚੰਗੀ ਜਗ੍ਹਾ ਸੀ, ਉੱਥੇ ਉਹਨਾਂ ਨੇ ਭਾਈ ਮਰਦਾਨਾ ਜੀ ਨੂੰ ਬਿਠਾਇਆ। ਹੋਵਨ ਪੂਜਾ ਲੱਗੀ ਮਹਾਨਾ। ਵੱਡੀ ਪੂਜਾ ਹੋਣ ਲੱਗੀ ਭਾਈ ਮਰਦਾਨੇ ਦੀ। ਜੈ ਜੈਕਾਰ ਸਾਰੇ ਨਗਰ ਵਿੱਚ। ਜਿਹੜਾ ਇੱਕ ਜਾਵੇ ਦਰਸ਼ਨ ਕਰਕੇ ਪੰਜਾਂ ਨੂੰ ਹੋਰ ਲੈ ਕੇ ਆਵੇ। ਚਲੋ ਮਹਾਂਪੁਰਸ਼ ਆਏ ਸਾਡੇ ਨਗਰ 'ਚ, ਉਹ 5 ਜਾਣ 10 ਨੂੰ ਲੈ ਕੇ ਆਉਣ। ਇਉਂ ਬੜੀ ਭਾਰੀ ਪੂਜਾ ਭਾਈ ਮਰਦਾਨਾ ਜੀ ਦੀ ਹੋਣ ਲੱਗੀ। ਬਹੁ ਰੰਗਨ ਕੇ ਬਸਤਰ ਅਮੋਲੇ। ਕਈ ਰੰਗਾਂ ਰੰਗਾਂ ਦੇ ਬਸਤਰ, ਬਹੁ ਮੁੱਲੇ ਕੱਪੜੇ ਲਿਆ ਕੇ ਭੇਟਾ ਕਰਦੇ। ਆਨ ਸਮਰਪਹਿ ਕਛ ਨਹਿ ਬੋਲੇ। ਆ ਕੇ ਸਮਰਪਣ ਕਰਦੇ, ਕੁਝ ਨਹੀਂ ਬੋਲਦੇ। ਕੇਤਿਕ ਦਰਬ ਚੜਾਵਹਿ ਆਨੀ। ਕਈ ਪੈਸੇ ਲਿਆ ਕੇ ਅਰਪਣ ਕਰਦੇ, ਕੋਈ ਧਨ ਲਿਆ ਕੇ, ਕੋਈ ਟਕੇ, ਕੋਈ ਰੁਪਈਏ, ਕੋਈ ਸ਼ਰਫੀਆਂ ਲਿਆ ਕੇ ਭੇਟਾ ਕਰ। ਹੋਏ ਰਹੇ ਸੇਵਕ ਮਨ ਬਾਨੀ। ਕਹਿੰਦੇ ਸੇਵਕ ਹੋ ਰਹੇ ਨੇ ਆ ਕੇ ਮਰਦਾਨੇ ਨੂੰ। ਕਹਿੰਦੇ ਭਾਈ ਸਾਹਿਬ ਜੀ ਅਸੀਂ ਤੁਹਾਡੇ ਮਨ ਬਚ ਕਰਮ ਕਰਕੇ ਸੇਵਕ ਹਾਂ। ਹਿੰਦੂ ਤੁਰਕ ਜ ਦੇਖੈ ਆਈ। ਭਾਵੇਂ ਉਸ ਨਗਰ ਦੇ ਹਿੰਦੂ ਨੇ ਤੇ ਭਾਵੇਂ ਮੁਸਲਮਾਨ ਨੇ, ਜਿਹੜਾ ਵੀ ਵੇਖਦਾ ਮਹਾਪੁਰਖ ਲਖ ਪਰ ਹੈ ਪਾਈ। ਮਹਾਪੁਰਸ਼ ਜਾਣ ਕੇ ਭਾਈ ਮਰਦਾਨਾ ਜੀ ਦੇ ਚਰਨੀ ਪੈਂਦੇ ਹਨ। ਸੁਨ ਹੈ ਅਪਰ ਤੇ ਅਪਰ ਜੇ ਮਾਨਵ। ਹੁਣ ਉਹਨਾਂ ਤੋਂ ਹੋਰ ਜਿਹੜੇ ਅੱਗੇ ਬੰਦੇ ਸੁਣਦੇ ਹਨ। ਦੋਰ ਹੈ ਦੋਰੇ ਉਪਾਏ ਨਿਆਨ। ਦੌੜ ਦੌੜ ਕੇ ਆਉਂਦੇ, ਕਈ ਤਰ੍ਹਾਂ ਦੀ ਭੇਟਾਵਾਂ ਲਿਆ ਕੇ ਅਰਪਣ ਕਰਦੇ। ਕਹੈ ਕਿ ਸੰਤ ਵੱਡੋ ਹੈ ਕੋਈ। ਕਹਿੰਦੇ ਕੋਈ ਵੱਡਾ ਸੰਤ ਹੈ ਜਿਹੜਾ ਸਾਡੇ ਨਗਰ ਵਿੱਚ ਆਇਆ, ਸਾਡੇ ਭਾਗ ਚੰਗੇ ਨੇ। ਇਸ ਦਰਸ਼ਨ ਤੇ ਹਮ ਗਤ ਹੋਈ। ਕਹਿੰਦੇ ਐਸੇ ਸੰਤ ਨੇ, ਇਹਨਾਂ ਦੇ ਦਰਸ਼ਨ ਕੀਤਿਆਂ ਸਾਡੀ ਕਲਿਆਣ ਹੋਵੇਗੀ, ਮੁਕਤੀ ਹੋਵੇਗੀ। ਜੋ ਇਸ ਪਾਸ ਚੜਾਏ ਪਦਾਰਥ। ਕਹਿੰਦੇ ਜਿਹੜਾ ਕੋਈ ਇਹਨਾਂ ਨੂੰ ਪਦਾਰਥ ਚੜਾਵੇਗਾ, ਕੋਈ ਭੇਟਾ ਅਰਪਣ ਕਰੇਗਾ, ਸੋ ਹਮ ਜਾਣ ਹੈ ਹੋਏ ਸਕਾਰਥ। ਕਹਿੰਦੇ ਸਾਡਾ ਉਹ ਪਦਾਰਥ ਸਫਲ ਹੋਵੇਗਾ, ਸਾਡੀ ਉਹ ਵਸਤੂ ਸਫਲੀ ਹੋ ਜਾਏਗੀ। ਲਾਗਿਓ ਅੰਬਰ ਕੇਰ ਅੰਬਾਰੂ। ਗੱਲ ਕੀ ਭੇਟਾਵਾਂ ਦੇ ਢੇਰ ਲੱਗ ਗਏ ਬਾ ਭਾਈ ਮਰਦਾਨਾ ਜੀ ਦੇ ਅੱਗੇ। ਮਰਦਾਨੇ ਭਾ ਹਰਖ ਅਪਾਰ। ਭਾਈ ਮਰਦਾਨਾ ਜੀ ਬੜੇ ਖੁਸ਼, ਬੜੇ ਆਨੰਦ ਵਿੱਚ ਹਨ। ਬੀਤ ਗਏ ਜਬ ਹੀ ਜੁਗ ਜਾਮਾ। 2 ਪਹਿਰ ਯਾਨੀ ਕਿ 6 ਘੰਟੇ ਇਦਾਂ ਹੀ ਭਾਈ ਮਰਦਾਨੇ ਨੂੰ ਬੀਤ ਗਏ ਬੈਠਿਆਂ। ਉਠਿਓ ਤਬ ਹੈ ਪੂਰਨ ਕਾਮਾ। ਜਦੋਂ ਮਨ ਦੀ ਕਾਮਨਾ ਪੂਰਨ ਹੋ ਗਈ ਤੇ ਭਾਈ ਸਾਹਿਬ ਜੀ ਉੱਠ ਖਲੋਤੇ। ਮਾਨਵ ਕੇ ਉਚਵਾਇਓ ਸੀਸਾ। ਹੁਣ ਉਹ ਜਿਹੜਾ ਸਰਾਜ ਸਾਜ ਜਿੰਨਾ ਆਇਆ ਸੀ, ਉਹ 1-2 ਪੰਡਾਂ 2-3 ਬੰਦੇ ਉੱਥੋਂ ਨਗਰ ਚੋਂ ਸੇਵਾਦਾਰ ਲਏ। ਕਹਿੰਦੇ ਸਿਰ ਤੇ ਰੱਖ ਲੋ ਚੁੱਕ ਕੇ, ਮੈਂ ਆਪਣੇ ਪੀਰ ਜੀ ਕੋਲ ਸਤਿਗੁਰਾਂ ਕੋਲ ਲੈ ਕੇ ਜਾਣੀ ਹੈ। ਉਹ 2-3 ਪੰਡਾਂ ਬੰਨ ਕੇ ਸਾਰੀਆਂ ਤੇ ਸੇਵਾਦਾਰਾਂ ਦੇ ਸਿਰਾਂ ਤੇ ਰਖਵਾ ਕੇ ਲੈ ਆਏ। ਆਇਓ ਜਹ ਬੈਠੇ ਜਗਦੀਸ਼ਾ। ਜਿੱਥੇ ਜਗਤ ਦੇ ਈਸ਼ਵਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਬੈਠੇ ਸਨ, ਉੱਥੇ ਚੱਲ ਕੇ ਭਾਈ ਮਰਦਾਨਾ ਜੀ ਪਹੁੰਚੇ।
ਅੱਜ ਭਾਈ ਮਰਦਾਨੇ ਦੇ ਤੌਰ ਹੀ ਕੁਝ ਹੋਰ ਨੇ। ਬੜੇ ਖੁਸ਼ੀ ਦੇ ਨਾਲ ਚੌਲਾ ਸਰੀਰ ਤੇ ਜਿਹੜਾ ਜਾਮਾ ਪਾਇਆ, ਕਹਿੰਦੇ ਉਹ ਤਣੀਆਂ ਵੀ ਫੁੱਲ ਫੁੱਲ ਪੈਂਦੀਆਂ ਹਨ, ਤੇ ਟੁਰੇ ਆਉਂਦੇ ਮਹਾਰਾਜ ਜੀ ਦੇ ਪਾਸ। ਸਤਿਗੁਰੂ ਜੀ ਵੇਖ ਕੇ ਹੱਸਦੇ ਐ, ਮੁਸਕਰਾਉਂਦੇ ਐ। ਮਹਾਰਾਜ ਜੀ ਕਹਿੰਦੇ, ਮਰਦਾਨਿਆ, ਉਹ ਸੋਨੇ ਦੀਆਂ ਧਰਤੀਆਂ ਵੇਖ ਕੇ ਤੂੰ ਮਨ 'ਚ ਨਹੀਂ ਡੋਲਿਆ? ਉੱਥੋਂ ਕਦੇ ਸੋਚਿਆ ਨਹੀਂ ਵੀ ਇਹ ਸੋਨਾ ਚਾਂਦੀ ਕੁਝ ਲੈ ਚੱਲੀਏ? ਆਹ ਕੀ ਲੈ ਆਇਆ 2-3 ਪੰਡਾਂ ਬੰਨ ਕੇ? ਭਾਈ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕਰਦੇ ਐ। ਗੁਰਦੇਵ ਜੀ ਬਖਸ਼ਿਸ਼ਾਂ ਕਰ ਰਹੇ ਨੇ। ਸਾਡੀ ਅਵਸਥਾ ਬਿਆਨ ਹੋ ਰਹੀ ਹੈ। ਜੋ ਸਾਡੀ ਮਾਨਸਿਕ ਦਸ਼ਾ ਹੈ ਉਹ ਭਾਈ ਮਰਦਾਨੇ ਰਾਹੀਂ ਸਤਿਗੁਰੂ ਜੀ ਨੇ ਪ੍ਰਗਟ ਕੀਤੀ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬ ਨਵਾਜ ਪਾਤਸ਼ਾਹ ਦਾ ਪਵਿੱਤਰ ਇਤਿਹਾਸ ਹੈ। ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। हे अच्युत हे पार ब्रह्म, हे पूरन हे सर्वमय, हे संगी हे निरंकार, हे गोबिंद हे गुण निधान, हे अपरंपर हर हरे।